ਪਹਿਲੀ ਗੱਲ ਤਾਂ ਇਹ ਹੈ ਕਿ ਜੇ ਦੂਜੀਆਂ ਸਰਕਾਰਾਂ ਵੀ ਹਾਈ ਕਮਾਂਡ ਤੋਂ ਚੱਲਦੀਆਂ ਸੀ, ਪੰਜਾਬ ਇੱਥੇ ਕਿਉਂ ਪਹੁੰਚਿਆ? ਤੁਸੀਂ ਫਿਰ ਉੱਥੇ ਹੀ ਪਹੁੰਚਾਉਣਾ, ਉਦੋਂ ਵੀ ਹੇਠਾਂ। ਮੋਦੀ ਹੋਣੀ ਕਹਿੰਦੇ ਨਾ, ਅਸੀਂ 138 ਕਰੋੜ ਦੇ ਨੁਮਾਇੰਦਾ ਹੈਗੇ ਆ, ਅਸੀਂ ਜੋ ਮਰਜ਼ੀ ਕਰੀਏ, ਦੇਸ਼ ਦੀਆਂ ਵੱਡੀਆਂ ਸੰਸਥਾਵਾਂ ਵੇਚ ਦਈਏ ਜਾਂ ਜੋ ਮਰਜ਼ੀ। ਮੈਨੂੰ ਇਹ ਲੱਗਦਾ ਹੁੰਦਾ ਕਿ ਡੈਮੋਕ੍ਰੇਸੀ ਦੇ ਵਿੱਚ ਸਾਨੂੰ ਫਤਵਾ ਨਾ 5 ਸਾਲ ਕੁਝ ਕੰਮ ਕਾਰਜ ਕਰਨ ਲਈ ਮਿਲਦਾ ਹੈ, ਉਹਦੇ ਬੁਨਿਆਦੀ ਸਟਰਕਚਰ ਨੂੰ ਚੇਂਜ ਕਰਨ ਦਾ ਨਹੀਂ ਮਿਲਦਾ। ਉਹਨੂੰ ਇਹ ਹੱਕ ਨਹੀਂ ਮਿਲਦਾ ਕੋਈ ਪੂਰਾ ਢਾਂਚਾ ਤਬਦੀਲ ਕਰਕੇ ਕਿਸੇ ਦੂਜੇ ਨਾਲ ਰਲ ਸਟ੍ਰੈਟਜੀ ਵੀ ਪਤਾ ਨਾ ਲੱਗੇ, ਸਟੇਟ ਕਿਹੜੀ ਰਣਨੀਤੀ ਤੇ ਕੰਮ ਕਰ ਰਹੀ ਹੈ ਇਸ ਮੁੱਦੇ ਦੇ ਉੱਤੇ। ਉਹ ਸਿਟੀ ਸਟੇਟ ਹੈ ਦਿੱਲੀ, ਪੂਰੀ ਸਟੇਟ ਨਹੀਂ ਹੈ। ਪੰਜਾਬ ਫੁੱਲ ਸਟੇਟ ਹਜੇ ਤੱਕ ਹੈ ਉਸ ਲੈਵਲ। ਫਿਰ ਮੈਨੂੰ ਲੱਗਦਾ ਉਲਟਾ ਹੋ ਜਾਏਗਾ, ਉੱਥੇ ਦਾ ਚੀਫ ਮਿਨਿਸਟਰ ਜਾਂ ਉੱਥੇ ਦੀ ਪਾਰਟੀ ਫੁੱਲ ਸਟੇਟ ਦੀ ਮਾਲਕ ਹੋਏਗੀ। ਪ੍ਰਸ਼ਾਸਨ ਚੱਲਣ ਦੇ ਵਾਸਤੇ ਹਰ ਡਿਸਟ੍ਰਿਕਟ ਦੇ ਵਿੱਚ ਇੱਕ ਚੀਫ ਮਿਨਿਸਟਰ ਦਾ ਦਫ਼ਤਰ ਹੋਏਗਾ। ਇਹਦਾ ਮਤਲਬ ਅਸੀਂ ਮੰਤਰੀ ਸੰਤਰੀ ਹੇਠਲੇ ਅਫਸਰ ਆਲੇ ਦੁਆਲੇ ਉਹ ਤਾਂ ਕੱਢਤੇ ਨੇ ਨਾ ਵਿੱਚੋਂ। ਵੀ ਜੇ ਨਾ ਠੀਕ ਹੈ ਚੀਫ ਮਿਨਿਸਟਰ ਦੇ ਤੌਰ ਤੇ ਆ ਗਿਆ, ਕਿਹੋ ਜਿਹੇ ਚੀਫ ਮਿਨਿਸਟਰ ਤੇ ਤੌਰ ਤੇ ਆਉਣਾ ਹੈ? ਪ੍ਰਤਾਪ ਸਿੰਘ ਕੈਰੋਂ, ਲక్ష్మణ ਸਿੰਘ ਗਿੱਲ ਦੇ ਵਰਗਿਆਂ ਵਾਂਗ ਆਉਣਾ ਜਾਂ ਕਿਤੇ ਹੋਰ ਤਰੀਕਿਆਂ ਦੇ ਨਾਲ ਆਉਣਾ ਹੈ? ਹਿਸਟਰੀ ਇਹਨਾਂ ਗੱਲਾਂ ਨੂੰ ਵੀ ਬਚਦੀ ਹੈ, ਇਕੱਲਾ ਨਾਮ ਆਉਣਾ ਕਾਫੀ ਨਹੀਂ ਹੁੰਦਾ। ਸਵਾਗਤ, ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਦ ਸਿੰਘ। ਸਰਦਾਰ ਸਾਹਿਬ ਜੀ ਆਇਆਂ। ਜੀ ਸ਼ੁਕਰੀਆ ਜੀ। ਸਰਦਾਰ ਸਾਹਿਬ, ਕਈ ਵਾਰੀ ਅਸੀਂ ਲੋੜੋਂ ਵੱਧ ਫਿਕਰ ਕਰਦੇ ਹਾਂ। ਉਂਝ ਕਹਿੰਦੇ ਆ ਕਿ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੋਕਾ ਮਾਰਦਾ। ਪੰਜਾਬ ਨੇ ਬੜੀ ਵਾਰੀ ਭੁਗਤਿਆ। ਹੁਣ ਛੋਟੀ ਜੀ ਖਬਰ ਵੀ ਸਾਡੇ ਲਈ ਐ ਲੱਗਦਾ ਜਿਵੇਂ ਅਸਮਾਨ ਬਣ ਜਾਂਦੀ। ਆਮ ਹੀ ਰੌਲਾ ਪੈਂਦਾ ਰਿਹਾ ਪਿਛਲੇ ਦਿਨਾਂ ਦੇ ਵਿੱਚ ਕਿ ਦਿੱਲੀ ਦਾ ਦਖਲ ਪੰਜਾਬ ਦੀ ਸਰਕਾਰ ਦੇ ਵਿੱਚ ਕਿਉਂ ਹੋਵੇ। ਬੁੱਧੀਮਾਨ ਲੋਕ ਔਰ ਲਿਖਣ ਪੜ੍ਹਨ ਵਾਲੇ ਲੋਕ ਇਹ ਕਹਿੰਦੇ ਰਹੇ ਆ ਕਿ ਪੰਜਾਬ ਦਾ ਮੁੱਖ ਮੰਤਰੀ ਔਰ ਪੰਜਾਬ ਦੇ ਲੋਕ ਪੰਜਾਬ ਨੂੰ ਬਿਹਤਰ ਸਮਝ ਸਕਦੇ ਆ ਔਰ ਉਹੀ ਇੱਥੇ ਫੈਸਲੇ ਲੈਣ। ਉਮਰ ਭਰ ਤੁਸੀਂ ਸਰਕਾਰਾਂ ਦੇਖੀਆਂ, ਲੋਕਾਂ ਦੇ ਕੰਮਕਾਜ ਦੇ ਤਰੀਕਾਕਾਰ ਦੇਖਿਆ। ਜੇਕਰ ਦਿੱਲੀ ਔਰ ਪੰਜਾਬ ਸਰਕਾਰ ਦੇ ਵਿੱਚ ਕਾਫੀ ਮਹਿਕਮੇ ਕਿਸੇ ਸਹਿਮਤੀ ਤੇ ਪਹੁੰਚ ਜਾਂਦੇ ਆ ਕਿ ਉਹ ਇੱਕ ਦੂਜੇ ਨਾਲ ਸੂਚਨਾ ਸ਼ੇਅਰ ਕਰਨਗੇ ਜਾਂ ਉਹ ਇੱਕ ਦੂਜੇ ਨਾਲ ਰਲ ਕੇ ਚੱਲਣਗੇ, ਤਾਂ ਫਿਰ ਲੱਗਦੇ ਦੋਸ਼ ਸੱਚ ਵਰਗੇ ਪਾਸੇ ਨੂੰ ਤੁਰ ਪੈਣਗੇ। ਵੈਸੇ ਤੁਸੀਂ ਇਹਨੂੰ ਖਬਰ ਨੂੰ ਲਿਆ ਕਿਵੇਂ ਆ? ਪੰਜਾਬ ਵਰਗੇ ਸੈਂਸਿਟਿਵ ਸੂਬੇ ਲਈ ਇਹ ਜਿਹੜੀ ਮੂਵ ਹੈ ਉਹ ਬੜੀ ਖਤਰਨਾਕ ਹੈ, ਜਿੱਥੇ ਪਹਿਲਾਂ ਹੀ ਬਹੁਤ ਜ਼ਿਆਦਾ ਲੋਕਾਂ ਦੀ ਬੇਭਰੋਸਗੀ ਹੈ ਚੀਜ਼ਾਂ ਨੂੰ ਲੈ ਕੇ ਹੋਈ। ਜੇ ਹੁਣ ਇੱਕ ਐਗਰੀਮੈਂਟ 1955 ਚ ਹੋਇਆ ਸੀ, ਉਹਨੇ ਪੰਜਾਬ ਦਾ ਹੁਣ ਤੱਕ ਬੁਰਾ ਹਾਲ। ਗੁਲਜ਼ਾਰੀ ਲਾਲ ਨੰਦਾ ਆਏ ਸੀਗੇ ਇੱਥੇ ਪਾਣੀਆਂ ਦੇ ਮੁੱਦੇ ਤੇ, ਉਹ ਕਹਿੰਦੇ ਸੀ ਰਾਇਲਟੀ ਦਾ ਮੁੱਦਾ ਬਾਅਦ ਚ ਵਿਚਾਰਾਂਗੇ, ਬਾਕੀ ਫੈਸਲਾ ਵੰਡਤਾ ਪਾਣੀ। ਉਹ ਅੱਜ ਜੀ। ਤੱਕ ਰਾਇਲਟੀ ਦਾ ਮੁੱਦਾ ਵਿਚਾਰਨ ਦਾ ਮੌਕਾ ਨਹੀਂ ਆਇਆ, ਮਤਲਬ ਕਿ ਉਹਦਾ ਕਰਨਾ ਕੀ ਹੈ ਕੀ ਨਹੀਂ ਹੈ। ਇਸ ਲਈ ਬਾਰ-ਬਾਰ ਜਿਹੜੇ ਹੋ ਰਹੇ ਇਹ ਫੈਸਲੇ ਨੇ ਜਾਂ ਵੱਖ-ਵੱਖ ਸਟੇਟਾਂ ਨੇ ਸਾਡੇ ਦੇਸ਼ ਦੇ ਵਿੱਚ, ਕੇਂਦਰ ਦੀ ਸਰਕਾਰ ਹੈ, ਫਿਰ ਵੀ ਸਟੇਟਾਂ ਦਾ ਤੇ ਆਪਣਾ ਇੱਕ ਸੈਟਅਪ ਹੁੰਦਾ। ਹੁਣ ਤੁਸੀਂ ਦੇਖੋ ਕਿ ਚੀਫ ਮਿਨਿਸਟਰ ਸਹੁੰ ਚੁੱਕਦੇ ਨੇ, ਜੀ। ਚੀਫ ਮਿਨਿਸਟਰ ਸਹੁੰ ਚੁੱਕਦੇ ਨੇ, ਮੰਤਰੀ ਸਹੁੰ ਚੁੱਕਦੇ ਨੇ ਕਿ ਜਿਹੜਾ ਵੀ ਮਾਮਲਾ ਇਸ ਰਾਜ ਦਾ ਮੇਰੇ ਵਿਚਾਰ ਅਧੀਨ ਲਿਆਂਦਾ ਜਾਏਗਾ, ਮੈਂ ਕਿਸੇ ਨੂੰ ਦੱਸੂਗਾ ਨਹੀਂ, ਹੋਰ ਨਹੀਂ ਕਰੂੰਗਾ, ਸੰਵਿਧਾਨ ਦੇ ਮੁਤਾਬਕ ਜਾਏ। ਕਿ ਕੀ ਇਹ ਗੱਲ ਵਾਜਬ ਇਸ ਐਂਗਲ ਤੋਂ ਵੀ ਰਹੇਗੀ ਕਿ ਦੂਜੀ ਸਟੇਟ ਨਾਲ ਤੁਸੀਂ ਐਗਰੀਮੈਂਟ ਤਾਂ ਹੁੰਦੇ ਨੇ, ਕਿਸੇ ਇਨਵੈਸਟਮੈਂਟ ਦਾ ਕਰ ਲਿਆ, ਕਿਸੇ ਇੱਕ ਖਾਸ ਸਾਂਝਾ ਥਰਮਲ ਪਲਾਂਟ ਲਾਉਣਾ ਤੁਸੀਂ ਸਾਂਝਾ ਲਾ ਲਿਆ ਜਾਂ ਕੋਈ ਗੱਲ ਕਰ ਲਈ ਐਗਜੀਕਿਊਸ਼ਨ ਚ, ਪਰ ਇੱਕ ਦੂਜੇ ਦੇ ਡਿਪਾਰਟਮੈਂਟਾਂ ਨੂੰ ਟੋਟਲੀ ਤੁਸੀਂ ਉਹਦੇ ਤੱਕ ਰੀਚ ਜਾਂ ਤੁਹਾਡੀ ਉਹਨਾਂ ਤੱਕ ਰੀਚ ਤੁਹਾਡੇ ਡਾਟੇ ਦੀ ਜਿਹੜੀ ਹੋਏਗੀ, ਇਹ ਇੱਕ ਟਾਈਪ ਦਾ ਜਿਹੜਾ ਪਹਿਲਾਂ ਇਲਜ਼ਾਮ ਅਸਲ ਪਹਿਲਾਂ ਖਾਦਸਾ ਸੀ ਲੋਕਾਂ ਨੂੰ ਲਗਾਤਾਰ ਇੱਕ ਚੱਲਦਾ ਆ ਰਿਹਾ ਕਿ ਪੰਜਾਬ ਦੀ ਗਵਰਨਮੈਂਟ ਨੂੰ ਰਨ ਕਰਨਾ ਚਾਹੁੰਦੇ ਨੇ ਕੇਜਰੀਵਾਲ ਹੋਰੀ ਜਾਂ ਬਾਕੀ ਦੇ ਲੋਕ। ਹੁਣ ਵੀ ਫੈਸਲਾ ਤਾਂ ਪ੍ਰੈਕਟੀਕਲੀ ਹੋ ਹੀ ਰਿਹਾ। ਬਿਜਲੀ ਦਾ ਫੈਸਲਾ ਜਿਸ ਤਰੀਕੇ ਨਾਲ ਮਾਫੀ ਵਾਲਾ ਉੱਥੇ ਸੱਦ ਕੇ ਹੋਇਆ, ਹੋਰ ਜਿੰਨੇ ਵੀ ਮਾਮਲੇ ਨੇ, ਜਿੰਨਾ ਕੁ ਸਾਡੇ ਚੀਫ ਮਿਨਿਸਟਰ ਨੇ ਕਿਹਾ ਭਗਵੰਤ ਮਾਨ ਨੇ, ਮੈਂ ਅਫਸਰਾਂ ਨੂੰ ਭੇਜਦਾ, ਮੈਂ ਫਿਰ ਵੀ ਭੇਜਦਾ ਰਹੂੰਗਾ, ਮਤਲਬ ਇਹ ਰਾਇ ਤਾਂ ਉਧਰ ਨੂੰ ਜਾ ਰਹੀ ਹੈ ਇਸ ਲੈਵਲ ਦੀ। ਅੱਛਾ, ਵੈਸੇ ਮੈਂ ਤੁਹਾਨੂੰ ਇੰਟਰਰਪਟ ਨਹੀਂ ਸੀ ਕਰਨਾ ਚਾਹੁੰਦਾ, ਪਰ ਲੋਕ ਇੱਕ ਸਵਾਲ ਖੜਾ ਕਰ ਦਿੰਦੇ ਆ। ਅਮੂਮਨ ਹੀ ਇਹ ਸਵਾਲ ਕੀਤਾ ਗਿਆ ਹੁੰਦਾ ਹੈ ਸਾਨੂੰ ਵੱਖ-ਵੱਖ ਮਾਧਿਅਮ ਰਾਹੀਂ ਕਿ ਤੁਹਾਡਾ ਢਿੱਡ ਦੁਖਦਾ। ਜਦੋਂ ਪਿਛਲੀਆਂ ਸਰਕਾਰਾਂ ਆਪਣੀ ਹਾਈ ਕਮਾਂਡ ਤੋਂ ਡਾਇਰੈਕਸ਼ਨ ਲੈਂਦੀਆਂ ਰਹੀਆਂ, ਉਹਨਾਂ ਦੇ ਹਾਈ ਕਮਾਂਡਾਂ ਦੇ ਕਹੇ ਬਿਨਾਂ ਪੱਤਾ ਨਹੀਂ ਹਿਲਦਾ ਰਿਹਾ, ਤੇ ਐਤਕੀ ਤੁਹਾਨੂੰ ਕੀ ਤਕਲੀਫ ਸ਼ੁਰੂ ਚ ਹੀ ਹੋ ਗਈ ਹੈ? ਇਹ ਲੋਕ ਸਵਾਲ ਪੁੱਛਦੇ ਆ। ਦੂਜੇ ਬੰਨੇ ਇਹ ਵੀ ਆਮ ਤੌਰ ਤੇ ਕਿਹਾ ਜਾਂਦਾ ਕਿ ਯਾਰ ਤੁਸੀਂ ਸ਼ੁਰੂ ਚ ਹੀ ਨੁਕਤਾਚੀਨੀ ਕਰਨ ਬਹਿ ਗਏ। ਪਰ ਇੱਕ ਗੱਲ ਤਾਂ ਇਹ ਵੀ ਹੈ ਨਾ ਕਿ ਵੱਡੇ ਬਦਲਾਅ ਦੇ ਦਾਅਵੇ ਨਾਲ ਆਏ ਨੇ। ਕੀ ਕਹਿੰਦੇ? ਪਹਿਲੀ ਗੱਲ ਤਾਂ ਇਹ ਹੈ ਕਿ ਜੇ ਦੂਜੀਆਂ ਸਰਕਾਰਾਂ ਵੀ ਹਾਈ ਕਮਾਂਡ ਤੋਂ ਚੱਲਦੀਆਂ ਸੀ, ਪੰਜਾਬ ਇੱਥੇ ਕਿਉਂ ਪਹੁੰਚਿਆ? ਤੁਸੀਂ ਫਿਰ ਉੱਥੇ ਹੀ ਪਹੁੰਚਾਉਣਾ, ਉਦੋਂ ਵੀ ਹੇਠਾਂ ਲੈ ਕੇ ਜਾਣਾ ਜਾਂ ਕੋਈ ਤਬਦੀਲੀ ਦੀ ਗੱਲ ਕਰਨੀ ਹੈ? ਦੂਜੀ ਗੱਲ,
ਇੰਨੇ ਸਿੱਧੇ ਤਰੀਕੇ ਨਾਲ ਕੋਈ ਹਾਈ ਕਮਾਂਡ ਨੇ ਜਾ ਕੇ ਕਿਸੇ ਦੇ ਅਫਸਰ ਸੱਦ ਲਏ ਹੋਣ ਤੇ ਅਫਸਰਾਂ ਨੂੰ ਸੱਦ ਕੇ ਡਿਕਟੇਸ਼ਨ ਦਿੱਤੀ ਹੋਵੇ, ਚੀਫ ਮਿਨਿਸਟਰ ਨਾਲ ਨਾ ਹੋਵੇ ਜਾਂ ਇਸ ਤਰੀਕੇ ਦੀ ਕੋਈ ਗੱਲ ਕੀਤੀ ਹੋਵੇ, ਇਹ ਤਾਂ ਨਹੀਂ ਕਿਤੇ ਰਿਕਾਰਡਡ ਮਿਲਦਾ। ਪਿਛਲੇ 30-35 ਸਾਲਾਂ 'ਚ ਤਾਂ ਕਿਤੇ ਨਹੀਂ ਮੈਂ ਦੇਖਿਆ ਕਿ ਇਸ ਟਾਈਪ ਦੀਆਂ ਕੋਈ ਚੀਜ਼ਾਂ ਹੁੰਦੀਆਂ ਨੇ। ਹਾਂ, ਉਹ ਉੱਥੋਂ ਜੋ ਮਰਜ਼ੀ ਆਰਡਰ ਕਰਕੇ ਭੇਜਣ, ਆਪਣੀ ਪਾਰਟੀ ਨੂੰ ਭੇਜਣ, ਪਰ ਉਹਦਾ ਫੈਸਲਾ ਤਾਂ ਇੱਥੇ ਇੱਥੇ ਦੀ ਉਹਦੇ 'ਚ ਹੁੰਦਾ ਨਾ, ਮਿਨਿਸਟਰੀ 'ਚ ਜਾਂ ਬਾਕੀ ਦੀਆਂ ਲੋਕਾਂ 'ਚ, ਉਸ ਲੈਵਲ ਦੇ ਉੱਤੇ। ਪਰ ਆਹ ਜਿਹੜੀਆਂ ਚੀਜ਼ਾਂ ਨੇ, ਜਿਹੜੀਆਂ ਹੁਣ ਵੱਧਦੀਆਂ ਜਾ ਰਹੀਆਂ ਨੇ, ਜਿਵੇਂ ਸੈਂਟਰ 'ਚ ਨਰਿੰਦਰ ਮੋਦੀ ਹੋਣੀ ਕਹਿੰਦੇ ਨੇ ਨਾ, ਅਸੀਂ 138 ਕਰੋੜ ਦੇ ਨੁਮਾਇੰਦਾ ਹੈਗੇ ਆ, ਅਸੀਂ ਜੋ ਮਰਜ਼ੀ ਕਰੀਏ ਦੇਸ਼ ਦੇ ਵਿੱਚ, ਦੇਸ਼ ਦੀਆਂ ਵੱਡੀਆਂ ਸੰਸਥਾਵਾਂ ਵੇਚ ਦਈਏ ਜਾਂ ਜੋ ਮਰਜ਼ੀ। ਮੈਨੂੰ ਇਹ ਲੱਗਦਾ ਹੁੰਦਾ ਕਿ ਡੈਮੋਕ੍ਰੇਸੀ ਦੇ ਵਿੱਚ ਸਾਨੂੰ ਫਤਵਾ ਨਾ 5 ਸਾਲ ਕੁਝ ਕੰਮ ਕਾਰਜ ਕਰਨ ਲਈ ਮਿਲਦਾ ਹੈ, ਉਹਦੇ ਬੁਨਿਆਦੀ ਸਟਰਕਚਰ ਨੂੰ ਚੇਂਜ ਕਰਨ ਦਾ ਨਹੀਂ ਮਿਲਦਾ। ਜਿਵੇਂ ਹੂੰ, ਸੁਪਰੀਮ ਕੋਰਟ ਦੀ ਇਹ ਜੱਜਮੈਂਟ ਵੀ ਹੈ ਕਿ ਸੰਵਿਧਾਨ ਦਾ ਬੁਨਿਆਦੀ ਸਟਰਕਚਰ ਚੇਂਜ ਕਰਨ ਦਾ ਰਾਈਟ ਕਿਸੇ ਗਵਰਨਮੈਂਟ ਨੂੰ ਨਹੀਂ ਹੈ। ਤੁਹਾਨੂੰ ਜੀ, ਉਹਦੇ ਦਾਇਰੇ 'ਚ ਰਹਿ ਕੇ ਕੰਮ ਕਰਨ ਦਾ, ਐਗਜੈਕਟਿਵ ਪਾਵਰ ਇੰਜੋਏ ਕਰਨ ਦਾ, ਬਾਕੀ ਦੀਆਂ ਚੀਜ਼ਾਂ ਦਾ ਉਹੀ ਤਰ੍ਹਾਂ ਪੰਜਾਬ ਹੈ। ਹੂੰ, ਪੰਜਾਬ ਦੇ ਵਿੱਚ ਕਿਸੇ ਚੀਫ ਮਿਨਿਸਟਰ ਨੂੰ ਜਿੰਨੀਆਂ ਮਰਜ਼ੀ ਸੀਟਾਂ ਦੇ ਦਿਓ, 100 ਦੇ ਦਿਓ, ਜਾਂ ਮਰਜ਼ੀ ਗਵਰਨਮੈਂਟ, ਉਹਨੂੰ ਇਹ ਹੱਕ ਨਹੀਂ ਮਿਲਦਾ ਕੋਈ ਪੂਰਾ ਢਾਂਚਾ ਤਬਦੀਲ ਕਰਕੇ ਕਿਸੇ ਦੂਜੇ ਨਾਲ ਰਲ ਜੇ ਜਾਂ ਦੂਜੇ ਦੇ ਮਿਲਾ ਦੇ ਆਪਸ ਦੇ ਵਿੱਚ ਜਾਂ ਬਾਕੀ ਦੀਆਂ ਚੀਜ਼ਾਂ ਕਰਦੇ। ਇਹ ਨਹੀਂ ਮੈਨੂੰ ਲੱਗਦਾ ਜਿਹੜਾ ਸਾਡੇ ਦਾਇਰਾ ਵੀ ਹੈ ਇੱਕ ਮਿੱਥਿਆ, ਉਹ ਲਛਮਣ ਰੇਖਾ ਵੀ ਕ੍ਰਾਸ ਹੋ ਰਹੀ ਹੈ ਉਹ ਸਾਰੇ ਮਾਮਲੇ ਦੇ ਵਿੱਚ, ਜੇ ਇੱਧਰ ਨੂੰ ਜਾਊਗਾ ਕੰਮ। ਹਜੇ ਜੀ, ਗਿਆ ਤਾਂ ਅਜੇ ਤਾਂ ਇੱਕ ਖਦਸ਼ਾ ਹੈ, ਮਤਲਬ ਜੇ ਉਸ ਤਰੀਕੇ ਦਾ ਵਗ ਜਾਂਦਾ ਹੈ, ਕੱਲ ਨੂੰ ਸਾਡੇ ਕਿੰਨੇ ਟਕਰਾਅ ਹੋਣਗੇ। ਮੰਨ ਲਓ ਸਾਡਾ ਪਾਣੀ ਦੇ ਮਾਮਲੇ ਦਾ, ਵਾਤਾਵਰਣ ਦੇ ਪਰਾਲੀ ਸਾੜਨ ਤੇ ਪੰਗਾ ਪੈ ਜਾਂਦਾ ਹੂੰ, ਦਿੱਲੀ। ਜ ਹੁਣ ਹੂੰ, ਪੋਲੂਸ਼ਨ ਦਾ ਡਿਪਾਰਟਮੈਂਟ ਉੱਥੇ ਵੀ ਉਹ ਲਈ ਬੈਠਾ ਡਾਟਾ ਤੁਹਾਡਾ, ਬਾਕੀ ਚੀਜ਼ਾਂ ਨੇ, ਕਈ ਗੱਲਾਂ ਸਟੇਟਾਂ ਨੇ ਆਪਣੇ ਤਰੀਕੇ ਨਾਲ, ਆਪਣੇ ਲੌਜਿਕ ਨਾਲ ਕਰਨੀਆਂ ਹੁੰਦੀਆਂ ਨੇ। ਹੂੰ, ਪਾਣੀ ਦੀ ਵੰਡ ਦੇ ਸਵਾਲ ਤੇ ਆ ਤੁਹਾਡਾ ਝਗੜਾ ਹੈ, ਬਿਜਲੀ ਦੀ ਵੰਡ ਦੇ ਸਵਾਲ ਤੇ ਨੇ, ਕਿੰਨੇ ਸਟੇਟ ਵਾਈਜ਼ ਆਪਸ ਦੇ ਵਿੱਚ ਕੁਝ ਮਤਲਬ ਸਮਾਨਤਾਵਾਂ ਵੀ ਹੁੰਦੀਆਂ ਨੇ, ਪਰ ਕੁਝ ਟਕਰਾਅ ਵੀ ਹੁੰਦੇ ਨੇ। ਉਹ ਟਕਰਾਵਾਂ ਦਾ ਕੱਲ ਨੂੰ ਤੁਹਾਡਾ ਹਰਿਆਣੇ ਨਾਲ ਝਗੜਾ, ਤੁਸੀਂ ਦੇ ਦਿਓ ਡਿਪਾਰਟਮੈਂਟਲ ਇੰਟਰ ਡਿਪਾਰਟਮੈਂਟ ਸਾਰੀਆਂ ਫਾਈਲਾਂ, ਉਹ ਤੁਸੀਂ ਹੂੰ, ਸੁਪਰੀਮ ਕੋਰਟ ਜਾਓਗੇ, ਕਿੱਥੇ ਜਾਓਗੇ, ਤੁਸੀਂ ਸਟੇਟ ਦਾ ਹਿੱਤ ਦੇਖੋਗੇ ਜਾਂ ਫਿਰ ਉਹ ਸਾਰਾ ਦੂਜਾ ਆਪਣੇ ਤਰੀਕੇ ਨਾਲ ਕਰਦੇ ਜਾਣਗੇ। ਬਿਲਕੁਲ, ਇਸ ਬਿਲਕੁਲ, ਕਰਕੇ ਜੇ ਬਿਲਕੁਲ, ਇਹ ਰਸਤਾ ਇਸ ਕਰਕੇ ਖਤਰਨਾਕ ਹੁੰਦਾ ਹੈ, ਵੈਸੇ ਨਹੀਂ ਕੋਈ ਗੱਲ। ਅਸੀਂ ਕਿਉਂ ਨਹੀਂ ਦਿੰਦੇ ਫਾਈਲਾਂ, ਅਸੀਂ ਗੁਪਤ ਕਿਉਂ ਰੱਖਦੇ ਆ ਇੱਕ ਦੂਜੇ ਨੂੰ, ਤਾਂ ਕਿ ਉੱਥੇ ਜਾ ਕੇ ਪਤਾ ਨਾ ਲੱਗੇ, ਸਾਡੀ ਸਟ੍ਰੈਟਜੀ ਵੀ ਪਤਾ ਨਾ ਲੱਗੇ, ਸਟੇਟ ਕਿਹੜੀ ਰਣਨੀਤੀ ਤੇ ਕੰਮ ਕਰ ਰਹੀ ਹੈ ਇਸ ਮੁੱਦੇ ਦੇ ਉੱਤੇ। ਤੇ ਫਾਈਲ ਤਾਂ ਜਾਣੇ ਦੂਰ ਦੀ ਗੱਲ ਹੈ ਕਿ ਪਰ ਉਹ ਵੀ ਨਹੀਂ ਅਸੀਂ ਜਾਣਦੇ। ਸਰਦਾਰ ਸਾਹਿਬ ਤੁਹਾਡੇ ਲਫ਼ਜ਼ਾਂ 'ਚ ਇੰਨੀ ਪੁਖਤਗੀ ਹੈ, ਪੂਰੀ ਤਸੱਲੀ ਹਰੇਕ ਦੀ ਹੋ ਜਾਂਦੀ ਹੈ। ਮੈਂ ਤਾਂ ਵਾਕਈ ਬੜਾ ਸ਼ਰਸ਼ਾ ਰਹਿਣਾ ਜੋ ਤੁਸੀਂ ਬੋਲਦੇ ਹੋ। ਪਰ ਲੋਕ ਇਹ ਵੀ ਸਵਾਲ ਪੁੱਛਦੇ ਆ ਜਾਂ ਗੱਲ ਕਰਨ ਲੱਗ ਪੈਂਦੇ ਆ ਵੀ ਦੇਖੋ ਤੁਸੀਂ ਕਹਿੰਦੇ ਸੀ ਅਫਸਰ ਭੇਜਤੇ, ਹੁਣ ਤਾਂ ਮੁੱਖ ਮੰਤਰੀ ਆਪ ਗਏ ਐਤਕੀ। ਫਿਰ ਜਦੋਂ ਪੰਜਾਬ ਦੇ ਮੁੱਖ ਮੰਤਰੀ ਗਏ ਆ, ਉਹਨਾਂ ਦੇ ਮਾਲਕ ਅਸਲ ਦੇ ਵਿੱਚ ਕੇਜਰੀਵਾਲ ਹੀ ਨੇ। ਪਰ ਕੇਜਰੀਵਾਲ ਨੇ ਜਿਸ ਤਰ੍ਹਾਂ ਦਾ ਜਸਚਰ ਦਿਖਾਇਆ, ਜਿਸ ਤਰ੍ਹਾਂ ਦੀ ਹੌਸਪਿਟੈਲਿਟੀ ਭਗਵੰਤ ਮਾਨ ਨੂੰ ਮਿਲੀ ਆ, ਜਿਸ ਤਰੀਕੇ ਨਾਲ ਅਸਕੌਟ ਕੀਤਾ ਕੇਜਰੀਵਾਲ ਨੇ ਭਗਵੰਤ ਮਾਨ ਨੂੰ, ਇਹ ਵੀ ਤਾਂ ਦੇਖਣ ਲਾਇਕ ਆ। ਲੋਕ ਕਹਿੰਦੇ ਯਾਰ ਥੋੜਾ ਸਬਰ ਕਰੋ, ਹੌਸਲਾ ਰੱਖੋ, ਕੱਖ ਨਹੀਂ ਹੁੰਦਾ, ਮਰਨੀ ਚੱਲੇ। ਵੈਸੇ ਤੁਸੀਂ ਇਹਦੇ ਕੀ ਅਰਥ ਲੈਂਦੇ ਹੋ? ਕੱਲ ਕੇਜਰੀਵਾਲ ਸਾਹਿਬ ਨੇ ਭਗਵੰਤ ਮਾਨ ਨੂੰ ਜਿਸ ਤਰੀਕੇ ਨਾਲ ਦਿੱਲੀ ਦਿਖਾਈ ਆ, ਤੇ ਇੰਜ ਲੱਗਦਾ ਜਿਵੇਂ ਕੇਜਰੀਵਾਲ ਨਾਲੋਂ ਭਗਵੰਤ ਮਾਨ ਔਰਾ ਉਹਨਾਂ ਦਾ ਵੱਡਾ ਸੀ। ਮੈਨੂੰ ਲੱਗਦਾ ਕਿ ਇਹ ਦੇਖਾ ਦੇਖੀ ਨਾ ਅਸੀਂ ਉਹ ਕੋਸਟ ਕੇਜਰੀਵਾਲ ਨੇ ਪਹੁੰਚਦੇ। ਬੜੀ ਅਧੀਨਗੀ ਨਾਲ ਸਾਰਾ ਕੁਝ ਕੀਤਾ ਹੈ। ਹਾਂਜੀ। ਔਰ ਦੋ ਹੀ ਟਾਈਪ ਦੇ ਜੈਸਚਰ ਹੁੰਦੇ ਨੇ। ਦੇਖੋ, ਜ਼ਬਰਦਸਤੀ ਤਾਂ ਪੰਜਾਬ ਤੋਂ ਜਾਂ ਪੰਜਾਬੀ ਬੰਦੇ ਤੋਂ, ਚਾਹੇ ਉਹ ਭਗਵੰਤ ਮਾਨ ਹੀ ਹੋਵੇ, ਕੁਝ ਲਿਆ ਨਹੀਂ ਜਾ ਸਕਦਾ ਨਾ। ਜਿਹੜਾ ਹੂੰ, ਤੁਸੀਂ ਬੱਚੇ ਨੂੰ ਵੀ ਕਹਿ ਕੇ ਦੇਖੋ ਨਾ ਵੀ ਤੇਰੇ ਮੈਂ ਥੱਪੜ ਮਾਰ ਕੇ ਤੈਨੂੰ ਮੈਂ ਜ਼ਬਰਦਸਤੀ ਕਰਕੇ ਕੁਝ ਲਾਊਂਗਾ। ਹੂੰ, ਅਸੀਂ ਦੇਖੋ ਸਾਡੇ ਇੰਡੀਆ ਦਾ ਇੱਕ ਰਿਵਾਜ ਹੈ, ਮੈਨੂੰ ਲੱਗਦਾ ਪੰਜਾਬੀ ਉਹ ਤੋਂ ਥੋੜੇ ਜਿਹੇ ਵੱਖਰੇ ਹੋਣਗੇ ਪਰ ਕਈ ਚੀਜ਼ਾਂ 'ਚ ਸ਼ਾਮਲ ਹਾਂ ਅਸੀਂ। ਹੂੰ, ਜਦੋਂ ਅਮਰੀਕਨ ਰਾਸ਼ਟਰਪਤੀ ਬੁਸ਼ ਆਉਂਦਾ ਰਿਹਾ ਤੇ ਉਹ ਨਰਿੰਦਰ ਮੋਦੀ ਨਾਲ ਝੂਲਾ ਝੂਲਦਾ ਸੀ, ਕਦੇ ਕਦੇ ਉਹ ਹੱਥ ਫੜ ਕੇ ਕਹਿੰਦੇ ਨੇ 2 ਮਿੰਟ ਹਿਲਾਏ ਹੱਥ, ਜਾਂ ਇੰਨਾ ਚਿਰ ਹਿਲਾਇਆ ਉਹਨੂੰ। ਹੁਣ ਆਇਆ ਬੋਰਸ, ਉਹਨੇ ਕਿਹਾ ਕਿ ਜੀ ਉਹਨੇ ਨਰਿੰਦਰ ਕਹਿ ਕੇ ਸੰਬੋਧਨ ਕੀਤਾ, ਅਖਬਾਰਾਂ 'ਚ ਵਡਿਆਇਆ, ਕਿੰਨੀ ਸਾਂਝੀ ਦੋਸਤੀ ਹੈ। ਉਧਰ ਚਾਈਨਾ ਵਾਲਾ ਆਇਆ ਸੀਗਾ, ਚਾਈਨਾ ਵਾਲਾ ਵੀ ਜੀ ਜਿਨਪਿੰਗ ਦੇ ਨਾਲ ਵੀ ਇਹਨਾਂ ਨੇ ਇੱਕ ਰਿਸ਼ਤੇਦਾਰੀ ਵੀ ਪੁਰਾਣੀ ਕੱਢ ਲਈ। ਮੈਂ ਤਾਂ ਉੱਥੇ ਵੀ ਜਾਣਾ, ਮੇਰਾ ਉੱਥੇ ਵੀ ਰਿਸ਼ਤਾ ਸੀ। ਪਰ ਹੂੰ, ਹੋਇਆ ਕਿ ਚਾਈਨਾ ਆ ਕੇ ਦੱਬੀ ਬੈਠਾ। ਪਹਿਲਾਂ ਇਹ ਕਹਿੰਦੇ ਸਾਡਾ ਦੱਬਿਆ ਨਹੀਂ, ਹੁਣ ਪਰਿਵਾਰ ਵੀ ਕਰ ਲਿਆ, ਉੱਥੇ ਘਰ ਵੀ ਪੈ ਗਏ। ਔਰ ਉਹ ਆ ਕੇ $20 ਅਰਬ ਦੇ ਹਥਿਆਰ ਵੇਚ ਗਿਆ ਤੁਹਾਡੇ ਥੋੜੇ ਜਿਹੀ ਮਤਲਬ ਟੇਪ ਲਾ ਕੇ ਤੁਹਾਡੇ। ਔਰ ਕੱਲ ਹੂੰ, ਹੀ ਇੱਕ ਅੱਜ ਹੀ ਛਪੀ ਹੈ ਬਲਕਿ ਖਬਰ, ਕੱਲ ਸਿਪਰੀ ਦੀ ਇੱਕ ਰਿਪੋਰਟ ਆਈ ਹੈ ਇਸੇ ਮੁੱਦੇ ਦੇ ਉੱਤੇ। ਉਹ ਹੂੰ। ਰਿਪੋਰਟ ਇਹ ਹੈ ਕਿ ਇੰਡੀਆ ਫੌਜੀ ਸਮਾਨ ਤੇ ਖਰਚ ਕਰਨ ਵਾਲਾ ਤੀਜਾ ਦੇਸ਼ ਬਣ ਗਿਆ ਦੁਨੀਆ ਦਾ। ਊਂ ਤਾਂ ਅੱਛਾ। ਚਾਹੇ ਅਸੀਂ ਗਰੀਬੀ 'ਚ ਜਿੱਥੇ ਮਰਜੀ ਆ, ਡੈਮੋਕ੍ਰੇਸੀ 'ਚ ਅਸੀਂ 53ਵੇਂ ਨੰਬਰ ਤੇ ਚਲੇ ਗਏ, ਬਾਕੀ ਤੇ ਕਿੱਥੇ ਚਲੇ ਗਏ। ਇਹ ਤੇ 76.6 ਅਰਬ ਡਾਲਰ ਦਾ ਜਿਹੜਾ ਖਰਚਾ ਹੈ ਪਿਛਲੇ ਸਾਲ ਦਾ ਸਾਡਾ ਉਧਰ ਹੋ ਗਿਆ, ਮਤਲਬ ਅਸੀਂ ਤੀਜੇ ਨੰਬਰ ਤੇ ਚਲੇ ਗਏ ਆ। ਹੂੰ, ਇਹ ਕਿਵੇਂ ਚਲੇ ਗਏ ਆ? ਇਹਦੇ ਪਿੱਛੇ ਉਹੀ ਦੋਸਤੀ ਆ, ਆਹ ਜਿਹੜੀ
ਉੱਥੇ ਅਮਰੀਕਾ ਦਿਖਾਉਣਾ, ਚਾਈਨਾ ਦਿਖਾਉਣਾ, ਬੈਠਣਾ ਸਾਰਾ ਕਰਕੇ ਲੋਕਾਂ ਨੂੰ ਦਿਖਾਵਾ ਇਹ ਦਿੱਤਾ ਸਾਡੇ ਮੀਡੀਆ ਨੇ। ਪਰ ਪਰਦੇ ਦੇ ਹੂੰ। ਪਿੱਛੇ ਜੋ ਐਗਰੀਮੈਂਟ ਹੋਏ ਨੇ, ਉਹ ਐਗਰੀਮੈਂਟ ਆਪਦਾ ਸੌਦਾ ਵੇਚਣ ਦੇ ਹੋਏ ਨੇ। ਉਹ ਸੌਦਾ ਵੇਚ ਕੇ ਚਲੇ ਗਏ ਨੇ ਤੇ ਵਪਾਰ ਦੇ ਵਿੱਚ ਉਹੀ ਸੈਟਅਪ ਹੁੰਦਾ ਮੇਨਲੀ ਤਾਂ ਜਿਹੜਾ ਕਰਦਾ ਹੈ। ਨਹੀਂ ਆਓ ਪਰ ਭਗਤ। ਸਰ ਜੀ, ਦੁਨੀਆ ਦੇ ਸੂਬੇਦਾਰ ਅਮਰੀਕਾ ਨੇ ਭਾਰਤ ਨੂੰ ਇੱਥੇ ਦੇ ਖਿੱਤੇ ਵਿੱਚ ਉਲਝਾ ਕੇ ਰੱਖਿਆ ਹੋਇਆ। ਇਹ ਸਾਨੂੰ ਅਹਿਮੀਅਤ ਦਿਖਾ ਕੇ ਸਾਡਾ ਚੀਨ, ਪਾਕਿਸਤਾਨ ਤੇ ਬਾਕੀ ਪੜੋਸੀਆਂ ਨਾਲ ਕਦੇ ਰਿਸ਼ਤਾ ਸੁਖਾਵਾਂ ਹੋਣ ਹੀ ਨਹੀਂ ਦਿੱਤਾ। ਤੁਸੀਂ ਗੱਲ ਠੀਕ ਕਹਿੰਦੇ ਹੋ। ਔਰ ਸਾਨੂੰ ਅਣਸਰ ਦੀ ਲੋੜ ਵਜੋਂ ਹਥਿਆਰ ਖਰੀਦਣੇ ਪਏ ਦੋਹੀਂ ਧਿਰੀਆਂ। ਐਤਕੀ ਰੂਸ ਮਾਮਲੇ ਜੋ ਮਰਜ਼ੀ ਹੋਇਆ, ਤੁਹਾਡਾ ਅਨੁਭਵ ਤਗੜਾ, ਪਰ ਮੈਂ ਤੁਹਾਨੂੰ ਮੋੜ ਲਿਆਵਾਂ ਭਗਵੰਤ ਮਾਨ ਤੇ ਕੇਜਰੀਵਾਲ ਦੇ ਆਪਸੀ ਰਿਸ਼ਤੇ ਨਾਲ ਜੋੜ ਕੇ ਕਿ ਪਹਿਲਾਂ ਭਗਵੰਤ ਮਾਨ ਨੂੰ ਚਿਹਰਾ ਐਲਾਨਣ ਲੱਗਿਆ ਬਹੁਤ ਦੇਰੀ ਕੀਤੀ ਗਈ। ਕਹਿੰਦੇ ਅਸੀਂ ਬਹੁਤ ਬਿਹਤਰ ਚਿਹਰਾ ਲਿਆਵਾਂਗੇ। ਹਾਲਾਂਕਿ ਉਹਨਾਂ ਦਾ ਚਿਹਰਾ, ਉਹਨਾਂ ਦੀ ਤਰਜਮਾਨੀ ਕਰਦਾ ਪੰਜਾਬ ਦਾ ਪ੍ਰਧਾਨ ਭਗਵੰਤ ਮਾਨ ਹੀ ਸੀਗੇ। ਹੁਣ ਇਸ ਵੇਲੇ ਜਿਹੜਾ ਕੇਜਰੀਵਾਲ ਸਾਹਿਬ ਦਾ ਇਹ ਵਿਊ ਪੁਆਇੰਟ ਆ, ਤੁਹਾਨੂੰ ਲੱਗਦਾ ਹੈ ਕਿ ਉਹ ਜੇ ਇੰਜ ਕਰ ਜਾਂਦੇ ਆ, ਜੇਕਰ ਉਹ ਇਸ ਤਰੀਕੇ ਨਾਲ ਸਮਝੌਤਾ ਹੋ ਜਾਂਦਾ, MOU ਸਾਈਨ ਹੋ ਜਾਂਦੇ ਆ, ਤਾਂ ਉਹ ਸਾਰੇ ਮਹਿਕਮਿਆਂ ਦੇ ਮੰਤਰੀ ਤੇ ਅਫਸਰ ਉਹ ਫਿਰ ਹੱਥ ਤੇ ਹੱਥ ਧਰ ਕੇ ਬੈਠੇ ਰਹਿਣਗੇ। ਫੈਸਲਾ ਕੌਣ ਹੋਏਗਾ ਕਿ ਦਿੱਲੀ ਕੀ ਫੈਸਲਾ ਕਰ ਰਹੀ ਹੈ ਤੇ ਉਹ ਇਹਨਾਂ ਨੂੰ ਲਾਗੂ ਕਰਨਾ ਹੀ ਪਏਗਾ। ਨਹੀਂ, ਪ੍ਰੈਕਟੀਕਲੀ ਇਹ ਹੋਏਗਾ ਕਿ ਉਹ ਚਾਹੇ ਹੁਣ ਉਹ ਸਿਟੀ ਸਟੇਟ ਹੈ ਦਿੱਲੀ, ਪੂਰੀ ਸਟੇਟ ਨਹੀਂ ਹੈ। ਪੰਜਾਬ ਫੁੱਲ ਸਟੇਟ ਹਜੇ ਤੱਕ ਹੈ ਉਸ ਲੈਵਲ ਦੀ। ਫਿਰ ਮੈਨੂੰ ਲੱਗਦਾ ਉਲਟਾ ਹੋ ਜਾਏਗਾ, ਉੱਥੇ ਦਾ ਚੀਫ ਮਿਨਿਸਟਰ ਜਾਂ ਉੱਥੇ ਦੀ ਪਾਰਟੀ ਫੁੱਲ ਸਟੇਟ ਦੀ ਮਾਲਕ ਹੋਏਗੀ ਤੇ ਉਹ ਫੈਸਲੇ ਇੱਕ ਸਿਟੀ ਸਟੇਟ ਵਾਂਗ ਪੰਜਾਬ 'ਚ ਲਾਗੂ ਹੋਣਗੇ। ਇਹ 'ਚ ਕੋਈ ਦੋ ਰਾਮਾ ਨਹੀਂ ਹੈ। ਔਰ ਜਿਹੜਾ ਐਟੀਟਿਊਡ ਹੁਣ ਤੱਕ ਆ ਰਿਹਾ ਪਾਰਟੀ ਦੇ ਵਿੱਚ, ਜਿਹੜਾ ਇੱਕ ਨਾ ਹੁੰਦਾ ਕਿ ਆਪਾਂ ਲਗਾਤਾਰ ਇੱਕ ਪ੍ਰੈਕਟਿਸ ਦੇਖਦੇ ਆ ਕਿਸੇ ਵਿਅਕਤੀ ਦੀ, ਕਿਸੇ ਪਾਰਟੀ ਦੀ, ਕਿਸੇ ਦੇ ਡਿਸੀਜਨ ਦੇਖਦੇ ਆ, ਉਹਦੇ ਤੋਂ ਹੀ ਅੰਦਾਜ਼ਾ ਲਾਉਂਦੇ ਆ ਨਾ ਫਿਊਚਰ ਦਾ ਕਿ ਉਹਦੀ ਡਾਇਰੈਕਸ਼ਨ ਕਿੱਧਰ ਜਾ ਰਹੀ ਹੈ। ਜਿਵੇਂ ਹੁਣ ਪਹਿਲਾਂ ਇਹ ਪਾਰਟੀ ਆਈ ਕਿ ਇਹ ਸਵਰਾਜ ਲੈ ਕੇ ਆਏਗੀ, ਇਹ ਵਲੰਟੀਅਰਾਂ ਚੋਂ ਨੁਮਾਇੰਦੇ ਚੁਣਿਆ ਕਰੇਗੀ। ਇਹ ਇਸ ਲੈਵਲ ਦਾ ਕੇਜਰੀਵਾਲ, ਉਹਨਾਂ ਨੇ ਇੱਕ ਕਿਤਾਬ ਲਿਖੀ ਵੀ ਸੀ ਸਵਰਾਜ ਨਾਂ ਦੀ ਕਿਤਾਬ, ਕਾਫੀ ਲੋਕਾਂ ਨੂੰ ਵੰਡੀ ਵੀ ਗਈ ਉਸ ਸਮੇਂ। ਪਰ ਹੂੰ। ਪ੍ਰੈਕਟਿਸ ਕੀ ਰਹੀ? ਪ੍ਰੈਕਟਿਸ ਨੋਮੀਨੇਸ਼ਨਾਂ ਦੀ ਰਹੀ ਹੈ। ਉਹਦੇ ਤੋਂ ਬਾਅਦ ਪਹਿਲੀ ਇਲੈਕਸ਼ਨ ਨੂੰ ਛੱਡ ਕੇ ਦਿੱਲੀ ਵਾਲੀ, ਉਦੋਂ ਬਾਅਦ ਫਿਰ ਕੀ ਹੋਇਆ? ਉਹ ਕਹਿੰਦੇ ਵੀ ਅਸੀਂ VIP ਕਲਚਰ ਖਤਮ ਕਰਾਂਗੇ, ਕੋਈ ਸਿਕਿਉਰਿਟੀ ਲੈ ਲਵਾਂਗੇ, ਕੋਈ ਘਰ, ਤੇ ਉੱਥੇ ਵੀ ਪਹਿਲਾ ਰੌਲਾ ਘਰ ਵੱਡਾ ਲੈਣ ਤੇ ਪਿਆ ਚੀਫ ਮਿਨਿਸਟਰ ਦਾ ਦਿੱਲੀ ਦੇ ਜੀ। ਵਿੱਚ ਜਦੋਂ ਪਹਿਲੀ ਵਾਰ ਹੂੰ। ਆਏ। ਤੇ ਫਿਰ ਕੀ ਹੋਇਆ ਕਿ ਜੀ ਅਸੀਂ 2 ਟਰਮ ਰੱਖਿਆ ਹੋਇਆ ਆਪਦੇ, 2 ਹੀ ਡਾਕੂਮੈਂਟ ਨੇ ਅੱਜ ਤੱਕ ਆਮ ਆਦਮੀ ਪਾਰਟੀ ਦੇ ਜੀ। ਦਸਤਾਵੇਜ਼ ਜਿਹਨੂੰ ਕਿਹਾ ਜਾਂਦਾ ਹੈ। ਹੂੰ। ਇੱਕ ਦਸਤਾਵੇਜ਼ ਹੈ ਪਾਰਟੀ ਦਾ ਵਿਜ਼ਨ ਡਾਕੂਮੈਂਟ, ਜਿਹੜਾ ਪਹਿਲਾਂ ਪਾਰਟੀ ਬਣਨ ਵੇਲੇ ਸੀ। ਜੀ। ਦੂਜਾ ਡਾਕੂਮੈਂਟ ਹੈ ਉਹਦਾ ਜਿਹੜਾ ਇੱਕ ਆਪਣਾ ਕਨਸਟੀਟਿਊਸ਼ਨ। ਜੀ। ਉਹ ਇੰਨੇ ਵਾਰ ਬਦਲਤਾ ਤੇ ਤੁਸੀਂ ਕਨਵੀਨਰ ਵੀ ਹੋ, ਤੁਸੀਂ ਤੀਜੀ ਵਾਰ ਵੀ ਬਣ ਗਏ, ਅੱਗੇ ਵੀ ਰਹੋਗੇ ਤੇ ਤੁਸੀਂ ਚੀਫ ਮਿਨਿਸਟਰ ਵੀ ਰਹੋਗੇ। ਜੇ ਪਹਿਲਾਂ ਉੱਥੋਂ ਸ਼ੁਰੂ ਹੁੰਦੀਆਂ ਨੇ ਚੀਜ਼ਾਂ ਨਾ, ਫਿਰ ਇਹਦਾ ਮਤਲਬ ਜੀ। ਤਾਕਤ ਦਾ ਜਿਹੜਾ ਕੈਪਚਰ, ਹੁਣ ਭਗਵੰਤ ਮਾਨ ਨੇ ਵੀ ਜਿਹੜਾ ਉਹੀ ਸਾਡੇ ਦਿਸ਼ਾ ਦੇ ਵਿੱਚ ਕੁਝ ਫੈਸਲੇ ਲਏ ਨੇ। ਪਿਛਲੇ ਦਿਨਾਂ ਦੇ ਵਿੱਚ ਇੱਕ ਫੈਸਲਾ ਲਿਆ ਹੈ ਕਿ ਪ੍ਰਸ਼ਾਸਨ ਚੱਲਣ ਦੇ ਵਾਸਤੇ ਹਰ ਡਿਸਟ੍ਰਿਕਟ ਦੇ ਵਿੱਚ ਇੱਕ ਚੀਫ ਮਿਨਿਸਟਰ ਦਾ ਦਫ਼ਤਰ ਹੋਏਗਾ। ਹੂੰ। ਉੱਥੇ ਇੱਕ ਨੋਡਲ ਅਧਿਕਾਰੀ ਬੈਠਾ ਹੋਏਗਾ। ਇਹਦਾ ਮਤਲਬ ਅਸੀਂ ਮੰਤਰੀ, ਸੰਤਰੀ, ਹੇਠਲੇ ਅਫਸਰ ਆਲੇ ਦੁਆਲੇ ਉਹ ਤਾਂ ਕੱਢਤੇ ਨੇ ਨਾ ਵਿੱਚੋਂ। ਨਹੀਂ ਨਹੀਂ, ਪਰ ਜਦੋਂ ਤੁਸੀਂ ਮੈਨੂੰ ਇਹ ਦੱਸੋ ਨਾ ਕਿ ਜਿਹੜਾ ਮੁੱਖ ਮੰਤਰੀ ਆ DC ਉਹਦਾ ਨਹੀਂ ਹੁੰਦਾ ਜੀ। ਜੇਕਰ ਨਹੀਂ, ਰੌਲਾ ਮੁੱਖ ਮੰਤਰੀ ਦੇ ਹਨਾ ਪਹਿਲਾਂ ਜਿਹੜਾ ਬਣਿਆ ਸਿਸਟਮ ਆ, ਇਹਦਾ ਮਤਲਬ ਉਹਦੇ ਸਮਾਨਾਂਤਰ ਤੁਸੀਂ ਕੁਝ ਹੋਰ ਵੀ ਚਲਾਉਣਾ ਚਾਹੁੰਦੇ ਹੋ? ਜਿੱਦਾਂ ਕਾਮਰੇਡਾਂ ਨੇ ਜਿਹੜੇ ਇੰਚਾਰਜ ਲਾਤੇ ਸੀ ਹਲਕਾ ਵਿਧਾਇਕ ਤੇ ਥੱਲੇ ਪਿੰਡ ਪੱਧਰ ਤੇ ਵੀ ਆਪਣਾ ਸਮਾਨਾਂਤਰ ਸਿਸਟਮ ਕਰਤਾ ਸੀ ਜੋਤੀ ਬਾਸੂ ਦੇ ਵੇਲੇ, ਕੀ ਕਹਿੰਦੇ ਹੋ? ਉਹੀ ਗੱਲ ਅਕਾਲੀਆਂ ਨੇ ਫੜੀ ਸੀ, ਜਿਹੜੀ ਇੱਕ ਜੱਥਾ ਭੇਜਿਆ ਸੀ ਬਾਹਰ ਪੜ੍ਹਨ ਲਈ ਉਦੋਂ, ਹੂੰ। ਕਾਮਰੇਡਾਂ ਦਾ ਮਾਡਲ, ਕਿ ਵਾਰਡ ਦੇ ਤੇ ਪਿੰਡ ਦੇ ਪਾਰਟੀ ਵਰਕਰ ਤੋਂ ਬਿਨਾਂ ਕੋਈ ਕੰਮ ਨਹੀਂ ਹੋਊ, ਪਹਿਲਾਂ ਬੰਦਾ ਉੱਥੇ ਜਾਊਗਾ। ਕਾਮਰੇਡਾਂ ਦਾ ਤਾਂ ਉਦੋਂ ਮੈਨੂੰ ਲੱਗਦਾ ਉਹ ਵੀ ਇੱਕ ਗਵਰਨਮੈਂਟ ਦੀ ਓਵਰਆਲ ਕਾਂਗਰਸ ਦਾ ਇੱਕ ਡਿਜ਼ਾਈਨ ਸੀਗਾ ਸ਼ਾਇਦ, ਜੀ ਚ ਕਾਮਰੇਡ ਫਸੇ ਰਹੇ ਕਿ ਇਹਨਾਂ ਨੂੰ ਪੱਛਮੀ ਬੰਗਾਲ ਚ ਰਹਿਣ ਦਿਓ, ਇੱਥੇ ਸੱਤਾ ਇੰਜੋਏ ਕਰਨ ਦਿਓ ਲੰਬਾ ਸਮਾਂ, ਕੋਈ ਗੱਲ ਨਹੀਂ। ਇੱਧਰ ਭਾਰਤ ਚ ਆਪਦੇ ਸਿਧਾਂਤ ਤੇ ਰੌਲਾ ਨਾ ਪਾਉਣ, ਸਾਰਾ ਦੇਸ਼ ਕਿਤੇ ਇੱਧਰ ਉੱਧਰ ਨਾ ਕਰ ਲੈਣ, ਉੱਥੇ ਇੰਜੋਏ ਕਰਦੇ ਰਹੇ। ਜਦ ਗਿਆ ਉਦੋਂ ਬਾਅਦ ਉਹੀ ਸਾਰਾ ਕੇਡਰ ਮਮਤਾ ਨਾਲ ਗਿਆ, ਹੂੰ। ਉਹਦੇ ਚੋਂ ਹੀ ਅੱਧਾ BJP ਨਾਲ ਜਾ ਰਿਹਾ ਤੇ ਕੇਡਰ ਕਿੱਥੇ? ਕੇਡਰ ਤਾਂ ਫਿਰ ਸੱਤਾ ਦੇ ਆਨੰਦ ਲੈਣ ਲੱਗ ਜਾਂਦਾ ਨਾ, ਫਿਰ ਉਹ ਆਈਡੀਓਲੋਜੀਕਲ ਕੇਡਰ ਨਹੀਂ ਰਹਿੰਦਾ ਜਦੋਂ ਤੁਸੀਂ ਇਸ ਲੈਵਲ ਦੀ ਪਾਵਰ ਦਿੰਦੇ ਹੋ। ਪ੍ਰਸ਼ਾਸਨਿਕ ਢਾਂਚਾ ਖਤਮ ਕਰਕੇ, ਦੂਜੇ ਪਾਸੇ ਸਾਡੀ ਡਿਮਾਂਡ ਇਹ ਹੁੰਦੀ ਹੈ ਹਮੇਸ਼ਾ ਸਾਰੇ ਲੋਕਾਂ ਦੀ ਕਿ ਸਿਆਸੀ ਦਖਲ ਬੰਦ ਕਰੋ ਪ੍ਰਸ਼ਾਸਨਿਕ ਢਾਂਚੇ 'ਚ। ਪ੍ਰਸ਼ਾਸਨਿਕ ਢਾਂਚੇ ਨੂੰ ਉਦਾਸੀਨ ਰੱਖ ਕੇ ਕੰਮ ਲੈਣਾ ਸ਼ੁਰੂ ਕਰੋ ਉਹਦੇ ਤੋਂ। ਗਵਰਨਮੈਂਟ ਕੋਈ ਵੀ ਆਵੇ ਬਦਲੇ, ਉਹ ਪਾਰਟੀਆਂ ਮੁਤਾਬਕ ਨਾ, ਉਹ ਲੋਕਾਂ ਦੀ ਮਤਲਬ ਲੋੜ ਮੁਤਾਬਕ ਕੰਮ ਕਰਦੀ ਰਹੇ। ਔਰ ਹੁਣ ਤੱਕ ਆਮ ਆਦਮੀ ਪਾਰਟੀ ਵੀ ਸਲੋਗਨ ਇਹੀ ਦਿੰਦੀ ਰਹੀ ਹੈ, ਕਹਿੰਦੀ ਰਹੀ ਹੈ ਕਿ ਜੀ ਦੇਖੋ ਜਿਹੜੇ ਸਾਡੇ ਚੁਣੇ 20 ਨੁਮਾਇੰਦੇ ਨੇ ਉਹਨਾਂ ਦੀ ਕੋਈ ਨਹੀਂ ਪੁੱਛਦਾ, ਉੱਥੇ ਹਲਕਾ ਇੰਚਾਰਜ ਕੰਮ ਕਰ ਰਹੇ ਨੇ ਕਿਉਂਕਿ ਗਵਰਨਮੈਂਟ ਡੈਮੋਕ੍ਰੇਸੀ ਨੂੰ ਨਹੀਂ ਮੰਨਦੀ, ਅਸੀਂ ਚੁਣੇ ਹੋਏ ਨੁਮਾਇੰਦੇ ਆ।
ਫਿਰ ਤੁਸੀਂ ਵੀ ਤਾਂ ਜੇ ਉਹੀ ਗੱਲ ਕਰੋਗੇ ਤਾਂ ਫਰਕ ਕੀ ਰਹੂਗਾ? ਜਿਹੜਾ ਵੈਸੇ ਸਭ ਤੋਂ ਵੈਸੇ ਬੜਾ ਵੈ ਸਵਾਲ ਇਹ ਹੈ, ਆਮ ਆਦਮੀ ਜੀ, ਪਾਰਟੀ ਤੇ ਸਵਾਲ ਤਾਂ ਬਾਰ-ਬਾਰ ਉੱਠਦਾ ਹੈ ਹਾਂ, ਬਿਲਕੁਲ, ਕਿਉਂਕਿ ਤੁਸੀਂ ਬਿਲਕੁਲ। ਦੂਜੀਆਂ ਪਾਰਟੀਆਂ ਨਾਲੋਂ ਇਹ ਕਹਿ ਕੇ ਆਏ ਹੋ ਕਿ ਅਸੀਂ ਇੱਕ ਰੰਗਲਾ ਪੰਜਾਬ ਦੁਬਾਰਾ ਲਿਆਉਣਾ ਹੈ, ਅਸੀਂ ਬਦਲਾਅ ਲਿਆਉਣਾ ਹੈ, ਅਸੀਂ ਇਨਕਲਾਬੀ ਬੰਦੇ ਆ। ਇਸੇ ਕਰਕੇ ਜਿੰਨਾ ਤੁਸੀਂ ਉਹ ਸ਼ਬਦਾਂ ਦਾ ਬੋਝ ਪਾ ਰਹੇ ਹੋ, ਤਾਂ ਉਹਨਾਂ ਸ਼ਬਦਾਂ ਦੇ ਬੋਝ ਦਾ ਜਵਾਬ ਵੀ ਦੇਣਾ ਪਏਗਾ। ਲੋਕ ਉਹਨੂੰ ਪਰ ਸਰ, ਜ਼ਿਆਦਾ ਪੁੱਛਣਗੇ ਦੂਜੇ ਨਾਲ। ਤੁਸੀਂ ਇੱਕ ਬਹੁਤ ਅਹਿਮ ਗੱਲ ਛੇੜ ਲਈ ਆ, ਇਹਨੂੰ ਅੱਗੇ ਵਧਾਉਣਾ ਬਣਦਾ ਹੈ। ਠੀਕ ਕਹਿ ਰਹੇ ਹੋ, 92 ਤਾਂ ਜਿੱਤੇ ਨੇ, ਲੇਕਿਨ ਜਿਹੜੇ ਨਹੀਂ ਜਿੱਤੇ ਉਹਨਾਂ ਦੇ ਅੱਗੇ ਵੀ ਇੱਕ ਸਕਾਟ ਗੱਡੀ ਪੁਲਿਸ ਦੀ ਲੱਗੀ ਹੋਈ ਆ ਸਾਰਿਆਂ ਦੀ। ਆਪਾਂ ਇਹ ਕਲਚਰ ਖਤਮ ਕਰਨ ਆਏ ਹੀ, ਲੇਕਿਨ ਇਹਦੇ ਨਾਲੋਂ ਵੀ ਅੱਤ ਅਹਿਮ ਗੱਲ ਜਿਹੜੀ ਤੁਸੀਂ ਛੇੜੀ ਹੈ, ਉਹ ਹੈਗੀ ਆ ਕਿ ਆਈਡੀਓਲੋਜੀ, ਵਿਚਾਰਧਾਰਾ ਪਾਰਟੀਆਂ ਦੀ, ਤੇ ਪਾਰਟੀਆਂ ਦੇ ਜਿਹੜੇ ਥੱਲੇ ਦੇ ਵਰਕਰ ਤੱਕ ਹੁੰਦੀ ਆ, ਉਹ ਅਕਾਲੀ ਦਲ ਕੋਲ ਵੀ ਰਹੀ ਆ, ਉਹ ਧਰਮ ਦੇ ਨਾਂ ਤੇ, ਸਿੱਖੀਜ਼ਮ ਦੇ ਨਾਂ ਤੇ, ਪੰਜਾਬ ਦੇ ਨਾਂ ਤੇ ਕਰਦੇ ਰਹੇ ਆ। ਔਰ ਕਾਂਗਰਸ ਨੂੰ ਜੇ ਫਾਰ ਦਾ ਟਾਈਮ ਬਿੰਗ ਛੱਡ ਵੀ ਲਓ, ਤੇ ਬੀਜੇਪੀ ਵੀ ਇਸੇ ਤਰ੍ਹਾਂ ਦੀ ਇੱਕ ਵਿਚਾਰ ਚੋਂ ਨਿਕਲਦੀ, ਆਰਐਸਐਸ ਚ ਉਹਨਾਂ ਦੇ ਜਿਹੜੇ ਥਿੰਕ ਟੈਂਕ ਆ, ਉਹ 2 ਸੀਟਾਂ ਤੋਂ ਦੇਸ਼ ਦੇ ਵਿੱਚ ਏਡਾ ਵੱਡਾ ਸਲਤਨਤ ਉਸਾਰ ਲੈਂਦੇ ਆਪਣੀ। ਮੈਂ ਤੁਹਾਨੂੰ ਆਮ ਆਦਮੀ ਪਾਰਟੀ ਦੇ ਨਜ਼ਰੋਂ ਪੁੱਛਣਾ ਚਾਹੁੰਦਾ ਕਿ ਇਹ ਕਿਸ ਵਿਚਾਰ ਨਾਲ ਆ ਰਹੇ ਆ? ਮੈਨੂੰ ਤੇ ਖਿੰਡਰਿਆ ਹੋਇਆ ਵਿਚਾਰ ਲੱਗਦਾ ਹੈ। ਅਜੇ ਤੱਕ ਤੇ ਇਹਨਾਂ ਦੀ ਆਪਣੀ ਵਿਚਾਰਧਾਰਾ ਕੋਈ ਨਹੀਂ। ਜੇ ਵਿਚਾਰ ਬਣੂ ਤੇ ਕਿਹੋ ਜਿਹਾ ਬਣੂਗਾ? ਇਹ ਆਈਡੀਓਲੋਜੀ ਕੀ ਹੋਊਗੀ? ਇਹ ਕਰਪਸ਼ਨ ਫਰੀ ਦੀ ਹੋਊਗੀ? ਇਹ ਸਭ ਦੇ ਸਮਾਨਤਾ ਦੇ ਅਧਿਕਾਰ? ਇਹ ਐਕਚੁਅਲੀ ਨਵੇਂ ਲੋਕ ਜਿਹੜੇ ਆਏ ਆ, ਸਿਰਫ ਕੇਜਰੀਵਾਲ ਦੇ ਚਿਹਰੇ ਨਾਲ ਆਏ ਆ, ਇਹ ਅੰਨਾ ਹਜ਼ਾਰੇ ਦੀ ਮੂਵਮੈਂਟ ਚੋਂ ਆਏ ਆ, ਪਰ ਇਹਨਾਂ ਦਾ ਵਿਚਾਰ ਕੀ ਆ, ਆਈਡੀਓਲੋਜੀ ਕੀ ਆ, ਜਾਂ ਕੀ ਬਣੂਗੀ? ਅਸਲ ਦੇ ਵਿੱਚ ਇਹ ਉਹ ਪਾਰਟੀ ਜਦੋਂ ਬਣ ਰਹੀ ਸੀ, ਮੇਰਾ ਇੱਕ ਪਰਸਨਲ ਤਜਰਬਾ ਹੈ ਸਮੇਤ ਕੇਜਰੀਵਾਲ ਸਾਰੀ ਲੀਡਰਸ਼ਿਪ ਨਾਲ ਇੰਟਰੈਕਸ਼ਨ ਦਾ ਪਰਸਨਲ, ਕਿ ਤੁਸੀਂ ਕੀ ਬਣਾਓਗੇ, ਕਿਵੇਂ ਹੈ, ਕਿਉਂਕਿ ਉਦੋਂ ਹਰੇਕ ਬੰਦੇ ਨੂੰ ਲੱਗਦਾ ਵੀ ਤਬਦੀਲੀ ਆਏਗੀ। ਸਾਡੇ ਵਰਗਿਆਂ ਨੂੰ ਵੀ ਲੱਗਦਾ ਵੀ ਚੱਲ ਜਾ ਕੇ ਦੇਖੀਏ, ਗੱਲਬਾਤ ਕੀਤਾ ਜਾਏ ਕਿ ਜੀ। ਤੁਹਾਡੀ ਆਈਡੀਓਲੋਜੀ ਕੀ ਹੋਏਗੀ, ਤੁਸੀਂ ਕਿਸ ਡਾਇਰੈਕਸ਼ਨ 'ਚ ਚੱਲੋਗੇ, ਤੁਹਾਡੀ ਫੋਰਨ ਪਾਲਿਸੀ ਦਾ ਕੀ ਫਰਕ ਹੋਏਗਾ, ਡਿਫੈਂਸ ਪਾਲਿਸੀ ਦਾ ਕੀ ਫਰਕ ਹੋਏਗਾ, ਫਾਈਨੈਂਸ਼ੀਅਲ ਪਾਲਿਸੀ ਦਾ ਕੀ ਫਰਕ ਹੋਏਗਾ, ਕੋਈ ਸਿਸਟਮ ਹੋਊਗਾ ਨਾ। ਉਹ ਕਹਿੰਦੇ ਸੀ ਸਾਡਾ ਕੋਈ ਆਈਡੀਓਲੋਜੀ ਦਾ ਯੁੱਗ ਬੀਤ ਗਿਆ। ਹੁਣ ਆਈਡੀਓਲੋਜੀਆਂ ਨੇ ਸਾਡੇ ਪੈਰਾਂ 'ਚ ਬੇੜੀਆਂ ਪਾਈਆਂ ਨੇ, ਸਾਡੀ ਕੋਈ ਆਈਡੀਓਲੋਜੀ ਨਹੀਂ ਹੋਈ, ਅਸੀਂ ਪ੍ਰੈਗਮੈਟਿਕ ਪੋਲਿਟਿਕਸ ਕਰਾਂਗੇ। ਮਤਲਬ ਉਹਨਾਂ ਅੱਛਾ। ਦਾ ਸ਼ਬਦ ਇਹ ਸੀ, ਪ੍ਰੈਗਮੈਟਿਕ ਪੋਲਿਟਿਕਸ ਦਾ ਵੀ ਜਿਹੜਾ ਮੁੱਦਾ ਸਾਨੂੰ ਲੋਕ ਦੱਸਿਆ ਕਰਨਗੇ, ਹੂੰ। ਅਸੀਂ ਉਹਦਾ ਹੱਲ ਕਰਿਆ ਕਰਾਂਗੇ। ਮੁੱਦਾ ਸਾਡੇ ਕੋਲ ਲਿਆਉਣਗੇ, ਅਸੀਂ ਉਹਦਾ ਹੱਲ ਕਰ ਦਿਆ ਕਰਾਂਗੇ। ਮਤਲਬ ਇੰਨਾ ਸਿੱਧੀ ਪੋਲਿਟਿਕਸ ਦਾ ਇੱਕ ਦੌਰ ਉਹ ਲੈ ਕੇ ਆ ਰਹੇ ਨੇ। ਉਹ ਕਹਿੰਦੇ ਨੇ ਜਿਹੜਾ ਕਾਰਪੋਰੇਟ ਨੇ ਸਾਡੇ ਲੋਕਾਂ ਨੂੰ ਦਿੱਤਾ ਸੀ ਨਾ ਲਿਆ ਕੇ, ਜੀ। ਕਿ ਨੌਜਵਾਨਾਂ ਨੂੰ ਪੋਲਿਟਿਕਸ ਤੋਂ ਦੂਰ ਰਹਿਣਾ ਚਾਹੀਦਾ, ਅੱਜ ਵੀ ਉਪਦੇਸ਼ ਦਿੰਦੇ ਨੇ ਬਹੁਤ ਜ਼ਿਆਦਾ, ਸਿਆਸਤ 'ਚ ਨਹੀਂ ਆਉਣਾ ਚਾਹੀਦਾ, ਉਹਦੀ ਸਮਝ ਨਹੀਂ ਹੋਣੀ ਚਾਹੀਦੀ। ਇਹਦਾ ਹੂੰ। ਮਤਲਬ ਕੀ ਹੈ? ਫਿਰ ਨਾਨ ਪੋਲੀਟੀਕਲ ਜਿਹੜਾ ਗਰੁੱਪ ਹੋਏਗਾ, ਲੋਕ ਹੋਣਗੇ ਜਿੱਥੇ ਦੇ, ਤਾਂ ਉਹ ਫਿਰ ਫਰਕ ਹੀ ਨਹੀਂ ਕਰ ਪਾਉਣਗੇ ਕਿ ਆਹ ਡਾਇਰੈਕਸ਼ਨ ਠੀਕ ਹੈ ਜਾਂ ਆਹ ਡਾਇਰੈਕਸ਼ਨ ਠੀਕ ਹੈ, ਜਾਂ ਆਹ ਠੀਕ ਹੈ, ਜਾਂ ਆਹ ਤਰੀਕਾ ਠੀਕ ਹੈ, ਜਾਂ ਇਹ ਹੈ। ਤੇ ਇਸ ਕਰਕੇ ਇਹ ਹੈ ਕਿ ਜਿਹੜੀ ਐਲਾਨੀਆਂ, ਇਹਨਾਂ ਦੀ ਕੋਈ ਪੋਲਿਟਿਕਸ ਨਹੀਂ ਹੈ, ਮਤਲਬ ਆਈਡੀਓਲੋਜੀ ਨਹੀਂ ਹੈ। ਪਰ ਬਿਨਾਂ ਐਲਾਨ ਕੀਤੇ ਜੋ ਉਹਨਾਂ ਦੇ ਸਲੋਗਨ ਸੀ, ਈਵਨ ਅੰਨਾ ਮੂਵਮੈਂਟ ਦੇ ਵੀ ਜੋ ਸਲੋਗਨ ਸੀ, ਉਹਦੇ ਚ ਵੀ ਮੇਜਰ ਸਲੋਗਨ ਸੀ 2-3। ਇੱਕ ਭਾਰਤ ਮਾਤਾ ਕੀ ਜੈ, ਇੱਕ ਬੰਦੇ ਮਾਤਰਮ, ਇਨਕਲਾਬ ਜਿੰਦਾਬਾਦ, ਤੇ ਇੱਕ ਅੱਧਾ ਜਿਹੜਾ ਬਾਕੀ ਦਾ ਕਰਪਸ਼ਨ ਫਰੀ ਦਾ ਜਿਹੜਾ ਮੇਨ ਗੱਲ ਸੀ, ਉਹਦੇ ਚ ਆ 3 ਚੀਜ਼ਾਂ ਸੀ। ਇਹ ਤਿੰਨੇ ਬੀਜੇਪੀ ਤੇ ਆਰਐਸਐਸ ਦੇ ਸਲੋਗਨ ਵੀ ਆਪਣੀ ਤਰ੍ਹਾਂ ਦੇ ਸਲੋਗਨ ਹੈਗੇ ਨੇ। ਔਰ ਜੇ ਪੰਜਾਬ ਦੀ ਇਲੈਕਸ਼ਨ 'ਚ ਵੀ ਆਪਾਂ ਦੇਖੀਏ, ਉਹਨਾਂ ਸਲੋਗਨ ਜਿਹਨੂੰ ਤਿਰੰਗਾ ਯਾਤਰਾ, ਪੀਸ ਮਾਰਚ, ਜੇ ਉਹ ਕੱਢਣਾ, ਪੰਜਾਬ 'ਚ ਹੂੰ। ਕਿਹੜਾ ਕਦੇ ਦੰਗਾ ਹੋਇਆ? ਪੰਜਾਬ 'ਚ ਹੂੰ। ਕਮਿਊਨਿਟੀਜ਼ ਦੇ ਦੌਰਾਨ ਕਦੇ ਰਾਈਟਸ ਹੋਇਆ? ਜਿੱਥੇ ਰੋਜ਼ ਦੰਗੇ ਹੋ ਰਹੇ ਨੇ, ਉੱਥੇ ਪੀਸ ਮਾਰਚ ਕਿਉਂ ਨਹੀਂ ਕਰਨ ਜਾਂਦੀਆਂ ਉੱਥੇ ਪਾਰਟੀਆਂ? ਬੋਲਦੇ ਵੀ ਨਹੀਂ ਆਪਾਂ ਕਈ ਵਾਰੀ। ਉੱਥੇ ਬੋਲਦੇ ਵੀ ਨਹੀਂ, ਤੁਸੀਂ ਖਾਮੋਸ਼ ਰਹਿੰਦੇ ਹੋ, ਹੈਨਾ? ਤੇ ਹੂੰ। ਪੰਜਾਬ 'ਚ ਕਦੇ ਰੌਲਾ ਨਹੀਂ। ਤਿਰੰਗਾ ਪੰਜਾਬ ਨੂੰ ਚੜਾਉਣ ਦਾ ਇੱਕ ਪੰਜਾਬ ਦਾ ਮਿਜਾਜ ਹੈ। ਇਹ ਹੂੰ। ਭਾਰਤ ਲਈ ਕੁਰਬਾਨੀ ਵੀ ਕੀਤੀ ਹੈ, ਬਹੁਤ ਵੱਡੀ ਕੀਤੀ ਹੈ, ਪਰ ਜੇ ਉਹਦੇ ਮੁਕਾਬਲੇ ਤੁਸੀਂ ਜ਼ਬਰਦਸਤੀ ਕਰੋਗੇ, ਤੂੰ ਤਿਰੰਗੇ ਨੂੰ ਐ ਕਰ, ਤੂੰ ਫਲਾਣੇ ਨੂੰ, ਉਹ ਇੱਕ ਟਾਈਪ ਦਾ ਚਿੜਚਿੜਾ ਕੰਮ ਹੁੰਦਾ। ਤੁਹਾਨੂੰ ਕਿਸੇ ਏਰੀਏ ਦੀ ਖਾਸੀਅਤ ਦੇਖਣੀ ਪੈਂਦੀ ਹੈ, ਤੁਸੀਂ ਉਹਨੂੰ ਹੂੰ। ਉਲਟੇ ਰਸਤੇ ਨਹੀਂ ਚਲਾ ਸਕਦੇ ਹੁੰਦੇ। ਜੇ ਤੁਸੀਂ ਵਾਕਈ ਇਹ ਸਟੈਂਡ ਲੈਂਦੇ ਹੁੰਦੇ ਕਿ ਜੋ ਕੁਛ ਆ ਬਲਡੋਜ਼ਰ ਚੱਲ ਰਹੇ ਨੇ, ਬਾਕੀ ਦੀਆਂ ਚੀਜ਼ਾਂ ਹੋ ਰਹੀਆਂ ਨੇ, ਦਿੱਲੀ ਜਿੱਥੇ ਤੁਸੀਂ ਰਹਿੰਦੇ ਹੋ, ਉੱਥੇ ਤੁਹਾਨੂੰ ਸਭ ਤੋਂ ਜ਼ਿਆਦਾ ਵੋਟਾਂ ਦਿੱਤੀਆਂ, ਤੁਹਾਡੇ ਪਾਰਟੀ ਦੇ ਵਰਕਰ ਆ ਕੇ ਖੜ ਜਾਂਦੇ ਬਲਡੋਜ਼ਰ ਦੇ ਮੂਹਰੇ, ਉੱਥੇ ਤਾਂ ਤੁਹਾਡੀ ਸੱਤਾ ਹੈ, ਤੁਹਾਡੇ ਕੋਲ ਇੰਨੀ ਤਾਕਤ ਹੈ, ਤਾਂ ਸ਼ਾਇਦ ਇਹ ਦੰਗੇ ਰੁਕ ਸਕਦੇ ਨੇ। ਔਰ ਨਾ ਹੋਣ ਉਸ ਪੱਧਰ ਦੇ ਉੱਤੇ, ਤੁਹਾਨੂੰ ਬੋਲਣਾ ਤਾਂ ਪਊਗਾ ਹੀ। ਵੋਟ ਬਿਲਕੁਲ। ਬੈਂਕ ਜਿੱਥੋਂ ਜਿਸ ਲੈਵਲ ਦਾ ਮਿਲਦਾ ਹੈ, ਮਤਲਬ ਵੋਟ ਨੂੰ ਐ ਜੋੜੋ ਜਿਹਨੂੰ ਕਦੇ ਮਾਇਆਵਤੀ ਨੇ ਸੋਸ਼ਲ ਇੰਜੀਨੀਅਰਿੰਗ ਕੀਤੀ ਸੀ, ਕਿ ਇੰਨੀਆਂ ਪੰਡਤਾਂ ਨੂੰ ਬ੍ਰਾਹਮਣਾਂ ਨੂੰ ਦੇਤੀਆਂ, ਇੰਨੀਆਂ ਜਾਟਾਂ ਨੂੰ ਦੇਤੀਆਂ, ਇੰਨੀਆਂ ਫਲਾਣੇ ਨੂੰ। ਮੈਨੂੰ ਲੱਗਦਾ ਪੰਜਾਬ 'ਚ ਵੀ ਇਹ ਇਕੁਏਸ਼ਨ ਕਰਨੀ ਸੀ ਕਿ ਤਿਰੰਗਾ ਯਾਤਰਾ ਤੇ ਜਿਹੜਾ ਇਹ ਸਿਸਟਮ ਹੈ ਆਪਣਾ, ਸ਼ਾਂਤੀ ਮਾਰਚ, ਇਹ ਸ਼ਾਇਦ ਇੱਕ ਭਾਈਚਾਰੇ ਨੂੰ ਦਿਖਾ ਦਿੰਨੇ ਆ ਕਿ ਤੁਹਾਡੇ ਲਈ ਇਹ ਹੈਗਾ, ਦੂਜੇ ਭਾਈਚਾਰੇ ਨੂੰ ਇਹ ਦਿਖਾ ਦਿੰਨੇ ਆ ਕਿ ਅਸੀਂ ਤਾਂ ਤੁਹਾਡੇ ਨਾਲ ਆ, ਬਾਕੀ ਤਾਂ ਖਰਾਬ ਨੇ, ਤਾਂ ਕਿ ਸਾਰੇ ਭਾਈਚਾਰੇ ਦੇ ਵੋਟਾਂ ਮਿਲ ਜਾਣ। ਇੱਕ ਵਾਰ ਮਿਲੀਆਂ ਵੀ ਨੇ, ਇਹ 'ਚ ਕੋਈ ਦੋ ਜੀ, ਰਾਹ ਨਹੀਂ। ਜੀ, ਪਰ ਜੀ। ਉਹ ਵੋਟਾਂ ਕੱਲੀਆਂ ਇਸ ਕਰਕੇ ਨਹੀਂ ਮਿਲੀਆਂ ਕਿ ਤਿਰੰਗਾ ਯਾਤਰਾ ਤੋਂ ਉਹ ਵੋਟਾਂ ਮਿਲੀਆਂ ਨੇ, ਦੂਜਿਆਂ ਨੇ ਕੁਝ ਨਹੀਂ ਕੀਤਾ ਅਸਲ ਦੇ ਵਿੱਚ। ਉਹ ਦੂਜੇ ਜਿਹੜੇ ਤੋਂ ਨਿਰਾਸ਼ਤਾ ਇੰਨੀ ਜ਼ਿਆਦਾ ਫੈਲੀ ਹੋਈ ਸੀ
ਜਿਹਦੇ ਕਰਕੇ ਇੱਕ ਆ ਗਿਆ। ਪਰ ਇਨ ਦੀ ਲੌਂਗ ਇਹ ਰਨ ਜੀ, ਜੀ, ਪੰਜਾਬ ਜੀ। ਵਰਗਾ ਸੂਬਾ ਕਿਸੇ ਆਈਡੀਓਲੋਜੀ ਤੇ ਆਈਡੀਓਲੋਜੀਕਲ ਮੋਟਾ ਜਿਹਾ ਫਰੇਮਵਰਕ ਤੋਂ ਬਿਨਾਂ ਮੇਰਾ ਨਹੀਂ ਖਿਆਲ ਕਿ ਚੱਲ ਸਕਦਾ, ਕਿ ਲੰਮੇ ਦਾ ਕੋਈ ਘੋੜਾ ਇਸ ਲੈਵਲ ਦਾ ਬਣ ਸਕਦਾ ਬਿਨਾਂ ਕਿਸੇ ਵਿਚਾਰਕ ਮੁੱਦਿਆਂ ਤੋਂ। ਬਿਲਕੁਲ। ਔਰ ਜੇ ਕਈ ਵਾਰੀ ਪਰਸੈਪਸ਼ਨ ਤੇ ਹੀ ਗੱਲ ਸਾਰੀ ਉਸਰ ਜਾਂਦੀ ਆ। ਪਿਛਲੀ ਵਾਰੀ 17 ਦੇ ਵਿੱਚ ਕੁਝ ਗਰਮ ਖਿਆਲੀਆਂ ਨਾਲ ਫੋਟੋਆਂ ਤੇ, ਕੁਝ ਨਾਲ ਨਾਸ਼ਤੇ, ਕੁਝ ਲੈ ਬੈਠੇ, ਲੇਕਿਨ ਐਤਕੀ ਇਹ ਫਾਰਮੂਲਾ ਪਰਸੈਪਸ਼ਨ ਬਣ ਜਾਊਗੀ ਕਿ ਵਰਕ ਕਰ ਗਿਆ। ਤੁਸੀਂ ਹਾਲਾਂਕਿ ਕਹਿ ਰਹੇ ਹੋ ਔਰ ਇਹ ਸੱਚ ਹੈ ਕਿ ਇਸ ਵਾਰੀ ਸਫਲਤਾ ਨਹੀਂ ਮਿਲੀ। ਇਸ ਵਾਰੀ ਅਸਫਲਤਾ ਵਾਲਾ ਜਿਹੜੇ ਸੀਗੇ ਉਹ ਪਾਸੇ ਕੀਤੇ ਗਏ ਆ। ਆਮ ਆਦਮੀ ਪਾਰਟੀ ਦੀ ਇਸ ਵਾਰੀ ਦੀ ਜਿੱਤ ਵਿੱਚ ਉਹ ਸਾਰੇ ਫੈਕਟਰ ਮੌਜੂਦ ਨੇ ਜਿਹਦੇ ਵਿੱਚ ਰੱਦ ਕੀਤੇ ਗਏ ਲੋਕ ਨੇ। ਅਦਰਵਾਈਜ਼ ਅਜੇ ਇਹਨਾਂ ਨੇ ਆਪਣੇ ਆਪ ਨੂੰ ਸਾਬਤ ਕਰਨਾ, ਹੋ ਸਕਦਾ ਇਹ 24 ਦੇ ਵਿੱਚ ਹੀ ਆਪਣੇ ਆਪ ਨੂੰ ਸਾਬਤ ਕਰਨਾ ਪੈ ਜੇ। ਪਰ ਆਖਰੀ ਸਵਾਲ ਜਿਹੜਾ ਮੈਂ ਲੈਣਾ ਚਾਹੁੰਦਾ ਹੈ, ਔਰ ਉਹ ਮੈਨੂੰ ਪਤਾ ਹੈ ਕਿ ਤੁਸੀਂ ਉਹਨੂੰ ਠੀਕ ਐਡਰੈਸ ਕਰੋਗੇ ਸਹੀ ਸੰਦਰਭ 'ਚ ਔਰ ਨਿਰਪੱਖ ਰਹਿ ਕੇ। ਮੰਨ ਲਓ ਜਿਵੇਂ ਕਿਆਸ ਰਾਈਆਂ ਨੇ, ਜਿਸ ਤਰ੍ਹਾਂ ਦੀ ਉਹ ਖਬਰ ਪ੍ਰਕਾਸ਼ਿਤ ਹੋਈ ਹੈ, ਜਿਸ ਤਰ੍ਹਾਂ ਦੀ ਤੁਸੀਂ ਚਰਚਾ ਕੀਤੀ ਹੈ, ਜੇ ਉਹ ਐਜ਼ ਇਟ ਇਜ਼ ਅੱਗੇ ਵੱਧ ਜਾਂਦੀ ਹੈ, ਇਸ ਤਰ੍ਹਾਂ ਦਾ ਪ੍ਰਬੰਧ ਉਸਾਰ ਲਿਆ ਜਾਂਦਾ ਹੈ, ਤਾਂ ਉਸ ਸਥਿਤੀ ਦੇ ਵਿੱਚ ਪੰਜਾਬ ਦੇ ਭਗਵੰਤ ਮਾਨ ਸੀਐਮ ਸਾਹਿਬ ਔਰ ਉਹਨਾਂ ਦੀ ਵਜ਼ਾਰਤ ਔਰ ਪੰਜਾਬ ਦਾ ਸਮੁੱਚਾ ਤਾਣਾ ਬਾਣਾ ਸਰੈਂਡਰ ਕਰ ਦੂਗਾ, ਜਾਂ ਥੋੜਾ ਜਿਹਾ ਅੱਖ ਚ ਪਾ ਕੇ ਗੱਲ ਕਰਨਗੇ? ਮੈਨੂੰ ਲੱਗਦਾ ਕਿ ਉਹਨੂੰ ਸਰੈਂਡਰ ਨਹੀਂ ਕਰਨਾ ਚਾਹੀਦਾ। ਇੱਕ ਤਾਂ ਕਰ ਗਿਆ ਤਾਂ ਫਿਰ ਤਾਂ ਕੋਈ ਮਾਮਲਾ, ਜੇ ਕਰ ਜਾਂਦੇ ਨੇ ਸਰੈਂਡਰ ਤਾਂ ਦੇਖਣ ਦਾ ਕੁਐਸਚਨ ਇਹ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਨੂੰ ਗਵਰਨਮੈਂਟ ਚਲਾਉਣੀ ਇੰਨੇ ਸਮੇਂ 'ਚ ਵੀ ਮੁਸ਼ਕਲ ਹੋ ਜਾਏਗੀ, 92 ਦੇ ਨਾਲ ਵੀ। ਮਤਲਬ ਕਿਉਂਕਿ ਲੋਕਾਂ ਦਾ ਇੱਕ ਬਹੁਤ ਵੱਡਾ ਸੈਂਟੀਮੈਂਟ ਹੁੰਦਾ ਹੈ, ਇਮੋਸ਼ਨੈਲਿਟੀ ਹੁੰਦੀ ਹੈ। ਜਿਵੇਂ ਪਰਸੈਪਸ਼ਨ ਦੀ ਆਪਾਂ ਗੱਲ ਕਰਦੇ ਹਾਂ, ਪੰਜਾਬੀ ਇੱਕ ਪਾਣੀ ਦੇ ਚੱਲੇ ਮੋਰਚੇ ਤੋਂ 8 ਅਪ੍ਰੈਲ 82 ਨੂੰ ਜਿਹੜਾ ਲੱਗਿਆ ਸੀ ਤੇ ਇਸ ਹੱਦ ਤੱਕ ਜਾਂਦਾ ਰਿਹਾ ਉਹ ਸਾਰੇ ਦਾ ਸਾਰਾ ਕੰਮ। ਔਰ ਇਹ ਜਿਹੜੇ ਜੇ ਡਿਪਾਰਟਮੈਂਟਾਂ ਦੇ ਡਿਪਾਰਟਮੈਂਟ ਸ਼ੇਅਰ ਹੋਣਗੇ, ਬਾਕੀ ਚੀਜ਼ਾਂ ਹੋਣਗੀਆਂ, ਇਹ ਕੱਲਾ ਮਤਲਬ ਪ੍ਰੈਕਟਿਸ ਦਾ ਕੁਐਸਚਨ ਨਹੀਂ ਹੁੰਦਾ, ਇਹ ਐਗਜ਼ਿਸਟੈਂਸ ਦਾ ਕੁਐਸਚਨ ਵੀ ਪੰਜਾਬ ਨੂੰ। ਜਿਵੇਂ ਆਪਾਂ ਕਿਸਾਨ ਅੰਦੋਲਨ 'ਚ ਕਹਿੰਦੇ ਰਹੇ ਹਾਂ ਕਿ ਹੋਂਦ ਦੀ ਲੜਾਈ ਲੜਨ ਦੇ ਲਈ ਗਏ ਨੇ, ਕੱਲਾ 3 ਕਾਨੂੰਨਾਂ ਦਾ ਸਵਾਲ ਨਹੀਂ ਹੈ। 3 ਨਾਲ ਕੋਈ ਬਹੁਤ ਜ਼ਿਆਦਾ ਇਹ ਨਹੀਂ ਵੀ 3 ਉਜਾੜ ਦਿੰਦੇ ਕਾਨੂੰਨ ਜਾਂ 3 ਵਾਪਸ ਹੋ ਗਏ ਹੁਣ ਬਚ ਜਾਣਗੇ। ਪਰ ਇੱਕ ਮਤਲਬ ਉਹਨਾਂ ਦੇ ਜ਼ਿਹਨ ਦਾ ਇੱਕ ਹਿੱਸਾ ਹੋ ਗਏ ਕਿ ਜੇ ਇਹ ਵਾਪਸ ਨਾ ਹੋਏ ਤਾਂ ਸਾਡਾ ਕੋਈ ਮਤਲਬ ਨਹੀਂ ਹੈ ਜ਼ਿੰਦਗੀ ਜਿਉਣ ਦਾ। ਇਸ ਲਈ ਇੱਕ ਤਾਂ ਇਹਦੇ ਤੋਂ ਮੈਨੂੰ ਲੱਗਦਾ ਪੰਜਾਬ ਦੇ ਮਿਜਾਜ ਤੋਂ ਉਹਨਾਂ ਨੂੰ ਦੇਖਣਾ ਪੈਣਾ ਕਿ ਅਸੀਂ ਕਰਨਾ ਹੈ ਕਿ ਨਹੀਂ ਕਰਨਾ। ਜੇ ਕਰ ਪੈਂਦੇ ਨੇ, ਮੈਨੂੰ ਲੱਗਦਾ ਨਹੀਂ ਕਿ ਬਹੁਤੇ ਮੰਤਰੀਆਂ 'ਚ ਤਾਂ ਹੈ, ਭਗਵੰਤ 'ਚ ਮਾੜਾ ਮੋਟਾ ਕਿਤੇ ਲੱਗਦਾ, ਕਿਉਂਕਿ ਜੇ ਉਹ ਆਪਣੇ ਚੀਫ ਮਿਨਿਸਟਰ ਬਣਨ ਦੇ ਲਈ ਰੁੱਸ ਕੇ ਬੈਠਿਆ ਜਾਂ ਬਾਕੀ ਕੀਤਾ, ਇਹਦੇ ਲਈ ਵੀ ਇੰਨਾ ਕੁ ਤਾਂ ਕਰ ਲੇ ਜੇ ਤਾਂ ਸ਼ਾਇਦ ਸੰਭਾਵਨਾ ਉਹਦੇ ਲਈ ਮੌਕਾ ਵੀ ਇਹੀ ਹੋਏਗਾ। ਜੇ ਇੱਕ ਵਾਰ ਇੱਥੋਂ ਫਿਸਲ ਗਿਆ, ਬਾਅਦ ਦੇ ਵਿੱਚ ਸਟੈਂਡ ਲੈਣਾ ਹੋ ਵੀ ਔਖਾ ਜਾਣਾ ਹਮੇਸ਼ਾ ਹੀ। ਅਜੇ ਉਹਦੀ ਪਪੂਲੈਰਿਟੀ ਦਾ ਲੈਵਲ ਵੀ ਹੈ, ਉਹਦੇ ਕਰਕੇ ਵੋਟਾਂ ਲੋਕ ਕਹਿੰਦੇ ਨੇ ਕਿ ਆਪ ਦਾ ਇੱਕ ਵੱਡਾ ਵਰਗ ਜਿਹੜਾ ਸੀਗਾ ਉਹਦਾ ਰੋਲ ਹੈ ਇਸ ਮਾਮਲੇ ਦੇ ਵਿੱਚ, ਭਗਵੰਤ ਦੀ ਚੀਫ ਮਿਨਿਸਟਰੀ ਦੇ ਵਿੱਚ। ਜੇ ਸ਼ੁਰੂਆਤੀ ਦੌਰ 'ਚ ਤੁਸੀਂ ਫਿਸਲ ਜਾਂਦੇ ਹੋ ਤਾਂ ਕਿਤੇ ਵੀ ਜਾ ਕੇ ਨਹੀਂ ਖੜਦੇ ਮੁੜ ਕੇ, ਉੱਥੋਂ ਜਾ ਕੇ ਤੁਹਾਨੂੰ ਇੱਧਰ ਉੱਧਰ ਕਰ ਦਿੱਤਾ ਜਾਂਦਾ। ਤੁਹਾਡਾ ਹਿਸਟਰੀ 'ਚ ਨਾਂ ਠੀਕ ਹੈ, ਚੀਫ ਮਿਨਿਸਟਰ ਦੇ ਤੌਰ ਤੇ ਆ ਗਿਆ, ਕਿਹੋ ਜਿਹੇ ਚੀਫ ਮਿਨਿਸਟਰ ਤੇ ਤੌਰ ਤੇ ਆਉਣਾ ਹੈ, ਪ੍ਰਤਾਪ ਸਿੰਘ ਕੈਰੋਂ, ਲਛਮਣ ਸਿੰਘ ਗਿੱਲ ਦੇ ਵਾਂਗ ਆਉਣਾ ਜਾਂ ਕਿਤੇ ਹੋਰ ਤਰੀਕਿਆਂ ਦੇ ਨਾਲ ਆਉਣਾ ਹੈ। ਹਿਸਟਰੀ ਇਹਨਾਂ ਗੱਲਾਂ ਨੂੰ ਵੀ ਬਚਦੀ ਹੈ, ਕੱਲਾ ਨਾਮ ਆਉਣਾ ਕਾਫੀ ਨਹੀਂ ਹੁੰਦਾ, ਕਿਹੜੇ ਸੰਦਰਭ 'ਚ ਨਾਮ ਆਉਂਦਾ ਇਹ ਵੀ ਬਹੁਤ ਇੰਪੋਰਟੈਂਟ ਹੁੰਦਾ। ਦੇਖੋ, ਬੜੇ ਵੱਡੇ ਛੋਟੀਆਂ ਗਲਤੀਆਂ ਤੋਂ ਡਿੱਗੇ, ਮੁੜ ਕੇ ਸੰਭਲ ਨਾ ਸਕੇ। ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਇਤਿਹਾਸਕਾਰ ਕਹਿੰਦੇ ਆ। ਚਲੋ, ਸਾਡਾ ਉਹਨਾਂ ਨਾਲ ਚੰਗਾ ਨਾਤਾ ਵੀ ਹੈ, ਪਿਆਰੇ ਇਨਸਾਨ ਨੇ, ਪਰ ਜਦੋਂ ਉਹ ਇਸ ਟਰਮ ਦੇ ਵਿੱਚ ਅਸਫਲ ਹੁੰਦੇ ਨੇ ਤੇ ਉਹ ਅਸਫਲਤਾ ਉਹਨਾਂ ਦੀਆਂ ਸਾਰੀਆਂ ਸਫਲਤਾਵਾਂ ਦੇ ਉੱਤੇ ਵਿਛ ਜਾਂਦੀ ਹੈ, ਭਾਰੀ ਪੈ ਜਾਂਦੀ ਹੈ। ਇਸ ਵੇਲੇ ਉਹ ਲੋਕ ਮਨ ਦੇ ਵਿੱਚ ਜਿਸ ਤਰ੍ਹਾਂ ਦੀ ਸਥਿਤੀ 'ਚ ਨੇ, ਮੇਰੇ ਖਿਆਲ ਜਿਉਂਦੇ ਜਾਗਦੇ ਲੋਕਾਂ ਲਈ ਤਾਂ ਇਹ ਸਮਝਣਾ ਬਹੁਤ ਆਸਾਨ ਹੈ। ਪਰ ਵੈਸੇ ਆਖਰੀ ਗੱਲ ਕਹਿ ਕੇ ਅੱਗੇ ਵੱਧਦੇ ਖਤਮ ਕਰਦੇ ਹਾਂ ਜੀ। ਮੈਨੂੰ ਸਰਦਾਰ ਸਾਹਿਬ ਇਹ ਜ਼ਰੂਰ ਦੱਸੋ, ਕਿਉਂਕਿ ਭਗਵੰਤ ਮਾਨ ਉਸ ਪਾਰਟੀ ਦੇ ਵਿੱਚ ਲਗਾਤਾਰ ਮੈਂਬਰ ਪਾਰਲੀਮੈਂਟ ਬਣੇ ਔਰ ਜਿਸ ਪਾਰਟੀ ਦੇ ਵਿੱਚ ਕੋਈ ਵੀ ਬਹੁਤ ਦੇਰ ਤੱਕ ਟਿਕ ਨਹੀਂ ਸਕਿਆ। ਛੋਟੇਪੁਰ ਆਪਣੇ ਆਪ ਨੂੰ ਫੰਨੇ ਖਾਂ ਪੋਲੀਟੀਸ਼ੀਅਨ ਮੰਨਦੇ ਸੀ ਵੀ ਮੈਂ ਆਜ਼ਾਦ ਵੀ ਜਿੱਤਦਾ ਰਿਹਾ, ਲੇਕਿਨ ਉਹ ਮੱਖਣ ਚੋਂ ਵਾਲ ਵਾਂਗੂ ਬਾਹਰ ਗਏ। ਖੈਰਾ ਆਪਣੇ ਆਪ ਨੂੰ ਸਮਝਦੇ ਸੀਗੇ ਕਿ ਮੇਰੇ ਤੋਂ ਵੱਡਾ ਕੌਣ ਫੰਨੇ ਖਾਂ ਹੋ ਸਕਦਾ, ਉਹ ਵੀ ਕਿੱਥੇ ਗਏ। ਘੁੱਗੀ ਵਰਗਾ ਸਾਫਚੇ ਦਿਲ ਵਾਲਾ ਔਰ ਸ਼ਾਂਤੀ ਪਸੰਦ ਬੰਦਾ, ਉਹ ਵੀ ਬਾਹਰ ਕਰਤਾ ਗਿਆ। ਚਲੋ, ਉਹਨਾਂ ਦੀ ਤਾਂ ਗੱਲ ਹੀ ਕੀ ਕਰਨੀ, ਧਰਮਵੀਰ ਗਾਂਧੀ, ਖਾਲਸਾ ਜਾਂ ਬਾਕੀ ਹੁਣ ਤੱਕ ਦੀ ਫਹਿਰਿਸਤ। ਹੁਣ ਤਾਂ ਉੱਪਰਲੇ ਬੰਨੇ ਆਸ਼ੂਤੋਸ਼ ਤੋਂ ਲੈ ਕੇ ਉਹ ਸਾਰੇ ਨਾਮ ਹੀ ਜਿਹੜੇ ਹਾਂ ਝਾਂ ਵੀ ਮਿਲਾਉਂਦੇ ਸੀ। ਭਗਵੰਤ ਮਾਨ ਦੀ ਇਸ ਖਾਸੀਅਤ ਨੂੰ ਕਿਹੜੇ ਸਾਂਚੇ 'ਚ ਰੱਖ ਕੇ ਪਰਖੋਗੇ ਵੀ ਉਸ ਬੰਦੇ ਨੇ ਵਿਪਰੀਤ ਪਰਿਸਥਿਤੀਆਂ, ਉਲਟ ਹਾਲਾਤਾਂ ਦੇ ਬਾਵਜੂਦ ਆਪਣੇ ਆਪ ਨੂੰ ਸਾਬਤ ਕਦਮੀ ਮੁੱਖ ਮੰਤਰੀ ਦੀ ਕੁਰਸੀ ਤੱਕ ਲਿਆ ਕੇ ਖੜਾ ਕਰ ਲਿਆ? ਮੈਨੂੰ ਇੱਕ ਵਾਰੀ ਹਰਜਿੰਦਰ ਸਿੰਘ ਲਾਲ ਦੱਸਦੇ ਸੀ,
ਉਹ ਕਹਿੰਦੇ ਵੀ ਮੇਰੇ ਨਾਲ ਆਮਣੇ ਸਾਹਮਣੇ ਭਗਵੰਤ ਮਾਨ ਨੇ ਬਹਿ ਕੇ ਅੱਖ ਚੱਖ ਪਾ ਕੇ ਕਿਹਾ ਸੀ ਵੀ ਮੈਂ ਇੱਕ ਦਿਨ ਮੁੱਖ ਮੰਤਰੀ ਬਣੂੰਗਾ, ਲਿਖ ਲਾ ਇੱਥੇ। ਸੋ ਮੈਂ ਇਹ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹੈ ਕਿ ਜਿਹੜਾ ਬੰਦਾ ਇੰਨੇ ਸਬਰ ਨਾਲ ਇੰਨੀਆਂ ਮੁਸ਼ਕਲ ਹਾਲਾਤਾਂ 'ਚ ਇੰਨੇ ਤੱਫੜ ਤਪੇੜੇ ਸਹਿ ਕੇ ਪਹੁੰਚ ਗਿਆ, ਉਹ ਤੁਹਾਨੂੰ ਲੱਗਦਾ ਹੈ ਕਿ ਇੱਥੇ ਵੀ ਕਾਮਯਾਬੀ ਨਾਲ ਸਫ਼ਰ ਸਾਬਤ ਕਦਮੀ ਤੈਅ ਕਰ ਜਾਊਗਾ? ਉਹਦੀ ਸ਼ਖਸੀ ਹਸਤੀ ਨੂੰ ਆਪਾਂ ਐਵੇਂ ਦੇਖ ਸਕਦੇ ਹਾਂ? ਮੈਨੂੰ ਇਹ ਲੱਗਦਾ ਕਿ ਜਿਹੜਾ ਇਹ ਏਮ ਹੈ ਨਾ, ਮੈਂ ਇੱਕ ਦਿਨ ਮੁੱਖ ਮੰਤਰੀ ਬਣਨਾ, ਇਹਨੇ ਪਾਰਟੀ ਦਾ ਵੀ ਸਟਰਕਚਰ ਬਣਾਉਣ ਦੇ ਵਿੱਚ ਤੇ ਨਾ ਬਣਾਉਣ ਦੇ ਵਿੱਚ ਦੋਨੋਂ ਤਰ੍ਹਾਂ ਦਾ ਰੋਲ ਪਲੇ ਕੀਤਾ ਹੈ। ਛੋਟੇਪੁਰ ਨੂੰ ਕੱਢਣ ਤੋਂ ਲੈ ਕੇ ਗਾਂਧੀ ਨੂੰ ਕੱਢਣ ਤੋਂ ਲੈ ਕੇ ਇਹ ਇਲਜ਼ਾਮ ਭਗਵੰਤ ਵੀ ਇਹ ਤੋਂ ਨਹੀਂ ਬਚ ਸਕਦੇ ਕਿ ਭਗਵੰਤ ਮਾਨ ਜੇ ਉੱਥੇ ਇਹਨਾਂ ਗੱਲਾਂ ਦਾ ਸਟੈਂਡ, ਜੇ ਪਾਰਟੀ ਸਟਰਕਚਰ ਲਈ ਸਟੈਂਡ ਲੈਂਦੇ ਹੋ ਤੁਸੀਂ ਕਿ ਪੰਜਾਬ ਦੀ ਬਿਹਤਰੀ ਦੇ ਲਈ ਇਹੋ ਜਿਹੇ ਬੰਦੇ ਚਾਹੀਦੇ ਨੇ, ਇਹਨਾਂ ਦੀ ਗਲਤੀ ਕੀ ਹੈ, ਇੱਕ ਆਰਗੂਮੈਂਟ ਕਰ ਰਹੇ ਨੇ, ਆਰਗੂਮੈਂਟ ਦਾ ਜਵਾਬ ਦੇਣਾ ਚਾਹੀਦਾ, ਫਿਰ ਤੁਸੀਂ ਇੰਟਰਨਲ ਡੈਮੋਕ੍ਰੇਸੀ ਦੀ ਲੜਾਈ ਲੜ ਰਹੇ ਹੋ। ਜੇ ਇੰਟਰਨਲ ਡੈਮੋਕ੍ਰੇਸੀ ਦੀ ਲੜਾਈ ਲੜੀ ਹੁੰਦੀ ਤਾਂ ਤੁਸੀਂ ਪੰਜਾਬ ਦੀ ਲੜਾਈ ਲੜ ਸਕਦੇ ਹੋ। ਜਿਹੜਾ ਕੋਈ ਲੀਡਰ ਵੱਡਾ ਹੋਵੇ, ਚਾਹੇ ਜਿੱਡੇ ਮਰਜ਼ੀ ਕੱਦ ਦਾ, ਅੰਦਰੂਨੀ ਆਪਣੀ ਛੋਟੀ ਸੰਸਥਾ ਦੇ ਵਿੱਚ ਡੈਮੋਕ੍ਰੇਸੀ ਦੀ ਲੜਾਈ ਨਹੀਂ ਲੜ ਸਕਦਾ, ਮੈਨੂੰ ਲੱਗਦਾ ਕਿ ਉਹ ਵੱਡੇ ਦਾਇਰੇ ਦੀ ਲੜਾਈ ਵੀ ਡੈਮੋਕ੍ਰੇਸੀ ਲਈ ਲੜਨਾ ਉਹਦੇ ਲਈ ਬੜਾ ਮੁਸ਼ਕਲ ਕੰਮ ਹੋ ਜਾਂਦਾ ਹੈ, ਬਹੁਤ ਔਖਾ ਹੋ ਜਾਂਦਾ ਹੈ। ਹਾਂ, ਉਹ ਇਧਰੋਂ ਉਧਰੋਂ ਬਚਦੇ ਬੁਚਦੇ ਵਿੱਚ ਮਾੜਾ ਜਿਹਾ ਕਦੇ ਵਿਰੋਧ ਸਹਿ ਗਏ, ਫਿਰ ਕਿਤੇ ਮਿਹਨਤ ਕਰ ਲਈ, ਫਿਰ ਕਦੇ ਕੁਝ ਹੋ ਗਿਆ। ਹੁਣ ਭਗਵੰਤ ਮਾਨ ਉਹਨਾਂ ਨੇ ਕੇਜਰੀਵਾਲ ਤੋਂ ਇੱਕ ਵਾਰੀ ਅਸਤੀਫਾ ਦੇਤਾ ਸੀ, ਜਦੋਂ ਕੇਜਰੀਵਾਲ ਨੇ ਮਾਫੀ ਮੰਗ ਲਈ ਵਿਕਰਮ ਮਜੀਠੀਆ ਵਾਲੇ ਮਾਮਲੇ ਦੇ ਵਿੱਚ। ਚਿੱਠੀ ਲਿਖਤੀ ਸੀ, ਮੈਂ ਪ੍ਰਧਾਨ ਨਹੀਂ ਆ, ਅਸਤੀਫਾ ਦੇਤਾ। ਅੱਜ ਤੱਕ ਉਹਦਾ ਕੋਈ ਓਪਨ ਤੇ ਜਚਣਯੋਗ ਜਵਾਬ ਲੋਕਾਂ ਦੇ ਸਾਹਮਣੇ ਨਹੀਂ ਹੈ ਕਿ ਉਹ ਅਸਤੀਫਾ ਵਾਪਸ ਕਿਵੇਂ ਹੋ ਗਿਆ, ਬਾਵਜੂਦ ਸਾਰੀਆਂ ਗੱਲਾਂ ਦੇ ਕੀ ਹੋ ਗਿਆ ਸਾਨੂੰ। ਇਹ ਜਿਹੜਾ ਬਚ ਬਚਾ ਕੇ ਨਿਕਲਣ ਦਾ ਜਿਹੜਾ ਅੱਜ ਦੇ ਦੌਰ ਦਾ ਸੈਟਅਪ ਹੈ ਕਿਸੇ ਵੀ ਅਹੁਦੇ ਤੇ ਜਾਣ ਦਾ, ਇਹ ਬੇਸਿਕ ਕੁਆਲਿਟੀ ਨਹੀਂ ਮੈਨੂੰ ਲੱਗਦਾ ਹੈ। ਬੇਸਿਕ ਕੁਆਲਿਟੀ ਤੁਹਾਡੇ ਗੱਲ ਲਗਾਤਾਰ ਕਹਿੰਦੇ ਹੋਣ ਦੇ ਨਾਲ ਜੇ ਤਾਂ ਤੁਸੀਂ ਚਲੇ ਜਾ ਰਹੇ ਹੋ ਫਿਰ ਤਾਂ ਠੀਕ ਹੈ। ਜੇ ਉਹ ਸਾਇਲੈਂਟ ਹੋ ਕੇ ਚਲੇ ਜਾ ਰਹੇ ਹੋ, ਇਧਰੋਂ ਉਧਰੋਂ ਬਚ ਕੇ ਮੋੜ ਵਾਲਾ ਕੰਮ ਹੈ ਜਿਹੜਾ ਉੱਥੇ ਤੱਕ ਪਹੁੰਚ ਜਾਂਦੇ ਹੋ ਡੰਡੀਆਂ ਪਗਡੰਡੀਆਂ ਰਾਹੀਂ, ਇਹ ਤੁਹਾਡੀ ਸ਼ਖਸੀਅਤ ਨੂੰ ਉਸ ਤਰੀਕੇ ਦੇ ਕਿਰਦਾਰ ਦੇ ਰੂਪ ਚ ਨਹੀਂ ਢਾਲਦਾ ਜਿਹੜੇ ਚ ਲੋਕ ਜਾਣੇ ਜਾਂਦੇ ਨੇ ਹਿਸਟੋਰਿਕ ਡਿਸੀਜਨ ਲੈਣ ਦੇ ਵਾਸਤੇ। ਉਹਦੇ ਲਈ ਕੁਰਬਾਨੀ ਦੀ ਲੋੜ ਪੈਂਦੀ ਹੈ, ਤਿਆਗ ਦੀ ਲੋੜ ਪੈਂਦੀ ਹੈ, ਕਿਸੇ ਨਾ ਕਿਸੇ ਰੂਪ ਚ ਅਹੁਦਾ ਛੱਡਣ ਦੀ ਲੋੜ ਪੈਂਦੀ ਹੈ। ਇਹ ਅਮਰਿੰਦਰ ਸਿੰਘ ਦਾ ਇੱਥੇ ਰਿਗਾਰਡ ਕਿਉਂ ਬਣਿਆ ਸੀਗਾ ਪੰਜਾਬ ਦੇ ਵਿੱਚ ਕਿ ਉਹਨੇ 84 ਚ ਛੱਡਤੀ, ਉਹਨੇ ਲੱਗਿਆ ਕਿ ਨਹੀਂ ਜੀ ਦਰਬਾਰ ਸਾਹਿਬ ਤੇ ਹਮਲੇ ਦਾ ਸਵਾਲ ਹੈ ਤੇ ਆਪਾਂ ਛੱਡਤੀ ਹੈ। ਉਹਨੇ 2004 ਚ ਵਾਟਰ ਵਾਲਾ ਐਕਟ ਲਿਆਂਦਾ, ਨਾਰਾਜ਼ ਸੀ ਹਾਈ ਕਮਾਂਡ, ਉਹਨੇ ਕਿਹਾ ਦੇਖੀ ਜਾਓ ਇਹ ਤੇ ਦਾਅ ਤੇ ਲਾ ਦਿੰਦੇ ਆ ਤੇ ਆਪਾਂ ਤਾਂ ਐਵੇਂ ਹੀ ਕਰਾਂਗੇ। ਕੁਝ ਚੀਜ਼ਾਂ ਸੀ ਮਤਲਬ ਛੱਡਣ ਦੀਆਂ ਜਿਹੜੀਆਂ ਹੁੰਦੀਆਂ ਨੇ। ਫਿਰ ਉਹਨੇ ਪਾਰਲੀਮੈਂਟ ਤੋਂ ਅਸਤੀਫਾ ਦਿੱਤਾ ਆ ਕੇ ਵੀ ਮੈਂ ਇਹ ਕਿਹਾ ਸੀ ਜੇਕਰ ਇਹ ਕੰਮ ਨਹੀਂ ਕਰਾ ਸਕੇ ਆਪਾਂ ਦੇ ਦਿੰਦੇ ਆ ਅਸਤੀਫੇ। ਇਹਨਾਂ ਗੱਲਾਂ ਨੂੰ ਲੋਕ ਦੇਖਦੇ ਨੇ। ਹਜੇ ਭਗਵੰਤ ਮਾਨ ਉਸ ਕੈਟਾਗਰੀ ਚ ਉੱਥੇ ਨਹੀਂ ਗਏ ਇਸ ਮਾਮਲੇ ਦੇ ਵਿੱਚ। ਬਿਲਕੁਲ ਬਿਲਕੁਲ ਉਹਨਾਂ ਨੇ ਆਪਣੀ ਜੇ ਫਜ਼ੀਅਤ ਕਰਾ ਲਈ ਉਹਦੇ ਨਾਲ ਚਿੰਬੜ ਕੇ, ਜੇ ਅੰਦਰੋਂ ਪਹਿਲਾਂ ਹੀ ਜਦੋਂ ਵਿਰੋਧ ਕਰ ਰਹੇ ਸੀ ਅਮਰਿੰਦਰ ਸਿੰਘ, ਹੁਣ ਵੀ ਰਿਜ਼ਾਈਨ ਕਰ ਦਿੰਦੇ, ਸ਼ਾਇਦ ਇਹ ਵੱਡੇ ਲੀਡਰ ਦੇ ਤੌਰ ਤੇ ਬਣੇ ਰਹਿੰਦੇ, ਬਿਲਕੁਲ ਨਾ ਕਰਕੇ ਵੀ ਕੁਝ, ਪਰ ਇੱਕ ਤਾਂ ਕੀਤਾ ਕੁਝ ਨਹੀਂ ਤੇ ਇੱਕ ਉਹਦੇ ਨਾਲ ਚਿੰਬੜ ਵੀ ਗਏ। ਉਹਦੇ ਨਾਲ ਇਹੀ ਸਭ ਤੋਂ ਜ਼ਿਆਦਾ ਮੇਰਾ ਖਿਆਲ ਹੈ ਮਾਮਲਾ ਹੁੰਦਾ ਹੈ। ਔਰ ਜਿਹੜੇ ਪੁਰਾਣੇ ਕਿਰਦਾਰਾਂ ਵਾਲੇ ਲੀਡਰ ਨੇ ਉਹ ਵੱਡੇ ਲੀਡਰ ਇਸੇ ਕਰਕੇ ਬਣੇ ਹਮੇਸ਼ਾ ਕਿ ਜੇ ਉਹਦਾ ਮਿਲ ਗਿਆ ਤਾਂ ਠੀਕ ਹੈ, ਨਿਭਾਵਾਂਗੇ, ਜ਼ਿੰਮੇਵਾਰੀ ਹੈ। ਜੇ ਕੋਈ ਇਹਦੇ ਰਾਹ 'ਚ ਰੋੜਾ ਅਟਕਦਾ ਕਿਸੇ ਪਾਲਿਸੀ ਦੇ ਰਾਹ 'ਚ ਤਾਂ ਛੱਡ ਵੀ ਦੇਵਾਂਗੇ। ਜਿਨ੍ਹਾਂ ਨੇ ਇਹ ਕੀਤਾ ਉਹ ਜਾਣੇ ਜਾਂਦੇ ਨੇ ਇਤਿਹਾਸ ਦੇ ਵਿੱਚ ਸ਼ਾਇਦ। ਹੁਣ ਭਗਵੰਤ ਇਹਦੇ ਤੇ ਕਿੰਨਾ ਕੁ ਆਪਦੇ ਆਪ ਨੂੰ ਖੜਾ ਕਰ ਪਾਉਣਗੇ, ਹੁਣ ਇਹ ਤਾਂ ਅਗਲੇ ਦਿਨਾਂ 'ਚ ਪਤਾ ਲੱਗ ਸਕਦਾ। ਬਹੁਤ ਮਿਹਰਬਾਨੀ ਸਰਦਾਰ ਸਾਹਿਬ। ਇਹ ਸੱਚਮੁੱਚ ਹੀ ਅਹਿਮ ਰਹਿਣ ਵਾਲਾ ਹੈ ਕਿ ਪੰਜਾਬ ਦੀ ਅਣਖ ਨੂੰ ਕਿੰਨੀ ਕੁ ਦੇਰ ਤੱਕ ਕਾਇਮ ਰੱਖਿਆ ਜਾਂਦਾ ਹੈ ਇੱਥੋਂ ਦੇ ਜਾਇਆਂ ਵੱਲੋਂ, ਔਰ ਦੂਜੇ ਬੰਨੇ ਸੰਵਿਧਾਨ ਦੀ ਚੁੱਕੀ ਸਹੁੰ ਕਿ ਮੈਂ ਆਪਣੇ ਭੇਦ ਗੁਪਤ ਰੱਖਾਂਗਾ ਜਦੋਂ ਤੱਕ ਇਹਨੂੰ ਕਿਤੇ ਜ਼ਾਹਰ ਕਰਨ ਦੀ ਲੋੜ ਨਾ ਪਵੇ। ਤੇ ਤੀਜੀ ਗੱਲ ਕਿ ਇਤਿਹਾਸ ਤੁਹਾਨੂੰ ਕਿਵੇਂ ਯਾਦ ਕਰੇ, ਇਹਦੇ ਫੈਸਲਾ ਕੁਨ ਹੋਣ ਦੀ ਉਮੀਦ ਆ ਆਉਂਦੇ ਦਿਨਾਂ ਦੇ ਵਿੱਚ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਜੀ, ਸ਼ੁਕਰੀਆ।